ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ ਕੋਸ਼ਿਸ਼ ਸਾਡੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡੇਅ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਵਜੋਂ ਪਹੁੰਚੇ ਹਨ ਸਰਦਾਰ ਜਸਜੀਤ ਸਿੰਘ ਜੀ ਬਾਵਾ, ਜਿਹੜੇ ਕਿ ਪੰਜਾਬ ਇੰਸ਼ੋਰੈਂਸ ਐਡਮਿੰਟਨ ਦੇ ਸੀਨੀਅਰ ਮੈਨੇਜਰ ਨੇ। ਆਓ ਇਹਨਾਂ ਦਾ ਸਵਾਗਤ ਕਰ ਲੈਂਦੇ ਹਾਂ, ਫਿਰ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਜੀ। ਬਾਵਾ ਜੀ, ਸਵਾਗਤ ਹੈ ਜੀ ਦਾ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਮਨਜੀਤ ਜੀ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਸਾਰੇ ਹੀ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੇ ਰੂਬਰੂ ਨੇ। ਬਾਵਾ ਜੀ, ਅਕਸਰ ਸਾਡੇ ਦਰਸ਼ਕ ਵੀ ਤੁਹਾਨੂੰ ਦੇਖਦੇ ਨੇ, ਸੁਣਦੇ ਨੇ ਕਿ ਤੁਸੀਂ ਇੰਸ਼ੋਰੈਂਸ ਪ੍ਰੋਡਕਟਸ ਨਾਲ ਰਿਲੇਟਡ ਅਵੇਅਰਨੈਸ ਜਿਹੜੀ ਹੈ ਕਮਿਊਨਿਟੀ ਵਿੱਚ ਫੈਲਾਉਂਦੇ ਰਹਿੰਦੇ ਜੀ। ਪਰ ਪਿਛਲੇ ਦਿਨੀ ਮੈਂ ਕੁਝ ਸੋਸ਼ਲ ਮੀਡੀਆ 'ਤੇ ਦੇਖਿਆ ਵੀ ਤੁਸੀਂ ਕੋਈ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਲੈ ਕੇ ਵੀ ਜਾਗਰੂਕਤਾ ਪੈਦਾ ਕਰ ਰਹੇ ਸੀ। ਉਹ ਮਸਲਾ ਕੀ ਆ ਐਗਜ਼ੈਕਟਲੀ, ਸਾਨੂੰ ਸਮਝਾਇਓ, ਕੀ ਕਰ ਰਹੇ ਜੀ ਤੁਸੀਂ? ਬਹੁਤ ਵਧੀਆ ਤੁਸੀਂ ਸਵਾਲ ਕੀਤਾ ਜੀ। ਇਹ ਗੱਲ ਇਹ ਹੈ, ਹੁਣ ਆਪਾਂ ਇੱਥੇ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ ਕਿ ਵੀ ਵਾਤਾਵਰਣ ਦਾ ਅਤੇ ਲਾਈਫ ਇੰਸ਼ੋਰੈਂਸ ਦਾ ਕੀ ਨਾਤਾ ਜੀ। ਆਪਣੀ ਲਾਈਫ ਕਿਹਦੇ ਨਾਲ ਆ? ਉਹ ਵਾਤਾਵਰਣ ਦੇ ਨਾਲ ਆ। ਬਿਲਕੁਲ। ਅਤੇ ਜੇ ਵਾਤਾਵਰਣ ਸਾਫ਼ ਨਹੀਂ ਤਾਂ ਆਪਣੀ ਲਾਈਫ ਸਾਫ਼ ਕਿਵੇਂ ਹੋ ਸਕਦੀ ਆ? ਮੈਨੂੰ ਇਹ ਗੱਲ ਸੋਚਣ ਦਾ ਮੌਕਾ ਉਦੋਂ ਮਿਲਿਆ ਜਦੋਂ ਮੈਂ ਬਾਈ ਚਾਂਸ ਇੱਕ ਸੋਚ ਰਹੇ ਸੀਗੇ ਕਿ ਵੀ ਕੁਛ ਸੋਸ਼ਲ ਸਰਵਿਸ ਦੇ ਬਾਰੇ ਆਪਣੇ ਹੋਰ ਭੈਣਾਂ ਭਰਾਵਾਂ ਨੂੰ ਮੈਂ ਬਹੁਤ ਸਾਰਿਆਂ ਨੂੰ ਪਾਣੀ ਵੰਡਦੇ ਜਾਂ ਹੋਰ ਇਹੋ ਜਿਹੀਆਂ ਸੇਵਾਵਾਂ ਨਿਭਾਉਂਦੇ ਦੇਖਿਆ। ਅਤੇ ਮੈਂ ਸੋਚਿਆ ਵੀ ਕੁਛ ਇਹੋ ਜਿਹਾ ਕਰਨਾ ਚਾਹੀਦਾ ਜਿਹੜਾ ਕਿ ਸਾਰਿਆਂ ਲਈ ਸਾਂਝਾ ਹੋਵੇ। ਅਤੇ ਮੈਂ ਸਿਟੀ ਆਫ ਐਡਮਿੰਟਨ ਨੂੰ ਕੰਟੈਕਟ ਕੀਤਾ, ਮੈਨੂੰ ਸਰਚ ਕੀਤੀ, ਪਤਾ ਲੱਗਿਆ ਕਿ ਵੀ ਉਹਨਾਂ ਦੇ ਕੋਲ ਕੋਈ ਵਲੰਟੀਅਰ ਜੋਬਸ ਹੈਗੀਆਂ ਦਰਖਤ ਲਗਾਉਣ ਲਈ। ਅੱਛਾ ਜੀ। ਜਿਹਦਾ ਨਾਮ ਹੈ ਰੂਟਸ ਫॉर ਟਰੀਜ਼। ਰੂਟਸ ਫॉर ਟਰੀ, ਹਾਂਜੀ। ਅਤੇ ਚਲੋ ਮੇਰੀ ਖੁਸ਼ਕਿਸਮਤੀ ਸੀ ਕਿ ਮੇਰੇ ਨਾਲ ਇੱਕ ਹੋਰ ਸੰਸਥਾ ਯੂਨਾਈਟਿਡ ਏਡ ਜਿਹੜੀ ਹੈ ਐਡਮਿੰਟਨ ਦੀ ਸੰਸਥਾ ਹੈਗੀ ਆ, ਉਹ ਵੀ ਨਾਲ ਮੇਰੇ ਜੁੜੇ ਅਤੇ ਅਸੀਂ ਦੋਨਾਂ ਨੇ ਰਲ ਕੇ ਉਪਰਾਲਾ ਕੀਤਾ ਔਰ ਸਿਟੀ ਆਫ ਐਡਮਿੰਟਨ ਤੋਂ ਅਸੀਂ ਉਹ ਕਾਰਜ ਲਿਆ ਔਰ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ। ਨਾਲ ਸਾਡੇ ਉਹਨਾਂ ਨੇ ਆਪਣਾ ਬੰਦੇ ਵੀ ਭੇਜੇ ਜਿਹੜੇ ਜਿਨ੍ਹਾਂ ਨੇ ਸਾਨੂੰ ਫਸਟ ਟਾਈਮ ਦੱਸਿਆ ਕਿ ਵੀ ਕਿੱਦਾਂ ਦਰਖਤ ਲਗਾਏ ਜਾਂਦੇ ਨੇ, ਕਿੱਦਾਂ ਪਲਾਂਟੇਸ਼ਨ ਹੁੰਦੀ ਆ। ਅਤੇ ਪਰ ਹੁਣ ਅੱਗੇ ਨੂੰ ਅਸੀਂ ਇਹ ਉਪਰਾਲੇ ਨੂੰ ਮੈਂ ਜਾਰੀ ਰੱਖਣਾ ਚਾਹਾਂਗਾ ਅਤੇ ਉਹਨਾਂ ਨੇ ਕਾਫੀ ਐਪਰੀਸ਼ੀਏਟ ਕੀਤਾ, ਸਿਟੀ ਆਫ ਐਡਮਿੰਟਨ ਨੇ ਵੀ ਔਰ ਲੋਕਾਂ ਨੇ ਵੀ ਇਸ ਗੱਲ ਨੂੰ ਬਹੁਤ ਸਰਾਹਿਆ ਕਿ ਇਹ ਚੰਗਾ ਕੰਮ ਆ ਔਰ ਜ਼ਰੂਰ ਕਰਨਾ ਚਾਹੀਦਾ, ਜਿਹਦੇ ਵਿੱਚ ਕੋਈ ਧਰਮ, ਕੋਈ ਪੱਖਵਾਦ ਨਹੀਂ ਹੈਗਾ, ਕਿ ਇਹ ਐਨਵਾਇਰਮੈਂਟ ਹਰ ਬੰਦੇ ਨੂੰ ਚਾਹੀਦਾ, ਈਵਨ ਕਿ ਜੀਵ ਜੰਤੂਆਂ ਨੂੰ ਵੀ ਚਾਹੀਦਾ। ਬਿਲਕੁਲ। ਇਨਸਾਨ ਨੂੰ ਤਾਂ ਚਾਹੀਦਾ ਹੀ ਚਾਹੀਦਾ, ਜੀਵ ਜੰਤੂਆਂ ਨੂੰ ਸ਼ਾਇਦ ਸਾਡੇ ਨਾਲੋਂ ਵੀ ਜ਼ਿਆਦਾ ਚਾਹੀਦਾ। ਬਿਲਕੁਲ ਜੀ। ਜਿੱਦਾਂ ਆਪਾਂ ਕਹਿੰਦੇ ਨਾ ਵੀ ਬੈਕ ਟੂ ਕਮਿਊਨਿਟੀ, ਅਤੇ ਉਸ ਪਾਸੇ ਵੱਲ ਨੂੰ ਇਹ ਬਹੁਤ ਇੱਕ ਢੁਕਵਾਂ ਕਦਮ ਆ ਜੀ। ਅਤੇ ਬਾਬਾ ਜੀ, ਦੋ ਸਵਾਲ ਇਸੇ ਨਾਲ ਰਿਲੇਟਡ ਨੇ। ਪਹਿਲੀ ਗੱਲ ਤਾਂ ਇਹ ਕਿ ਇਹ ਆਈਡੀਆ ਜਿਹੜਾ ਵਾ ਰੁੱਖ ਲਗਾਉਣ ਦਾ, ਇਹ ਤੁਹਾਡੇ ਮਾਈਂਡ ਵਿੱਚ ਕਿਵੇਂ ਆਇਆ? ਨੰਬਰ 2 'ਤੇ ਜਿਹੜੀ ਤੁਸੀਂ ਪਿੱਛੇ ਜਿਹੀ ਐਕਟੀਵਿਟੀ ਕੀਤੀ ਆ, ਕਾਫੀ ਪਲਾਂਟੇਸ਼ਨ ਕੀਤੀ ਆ, ਹਾਂਜੀ, ਉਹਦਾ ਤਜਰਬਾ ਕਿਵੇਂ ਰਿਹਾ? ਸਿਟੀ ਨੇ ਤੁਹਾਨੂੰ ਕਿੰਨਾ ਕੁ ਐਪਰੀਸ਼ੀਏਟ ਕੀਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਕੀ ਪਲਾਨ ਨੇ ਇਸ ਨਾਲ ਰਿਲੇਟਡ? ਗੱਲ ਹੈ ਜੀ, ਮੈਂ ਤੁਹਾਨੂੰ ਦੱਸਿਆ ਸੀ ਕਿ ਇਹ ਦਿਮਾਗ ਦੇ ਵਿੱਚ ਤਾਂ ਸਿਰਫ ਇਸੇ ਕਰਕੇ ਆਇਆ ਸੀਗਾ ਕਿ ਵੀ ਯਾਰ ਕੋਈ ਇਹੋ ਜਿਹਾ ਕੰਮ ਕਰਨਾ ਚਾਹੀਦਾ ਜਿਹਦੇ ਵਿੱਚ ਕੋਈ ਪੱਖਵਾਦ ਨਾ ਹੋਵੇ, ਕੋਈ ਸਮਾਜ, ਕੋਈ ਧਰਮ ਦਾ, ਕੋਈ ਕਿਸੇ ਦਾ ਇੱਕ ਜਣੇ ਦਾ ਕੰਮ ਨਾ ਹੋਵੇ, ਸਾਰਿਆਂ ਦਾ ਸਾਂਝਾ ਕੰਮ ਹੋਵੇ। ਜਿੱਥੇ ਤੱਕ ਗੱਲ ਰਹੀ ਤਜਰਬੇ ਦੀ, ਇੰਨਾ ਮਜ਼ਾ ਆਇਆ ਉਹ ਕੰਮ ਕਰਕੇ ਮੈਨੂੰ ਜੀ ਕਿ ਮੈਨੂੰ ਉਹਨਾਂ ਨੇ ਸਿਟੀ ਆਫ ਐਡਮਿੰਟਨ ਨੇ ਸਾਨੂੰ ਉਦੋਂ ਸਾਡੀ ਟੀਮ ਨੂੰ ਬਹੁਤ ਸਲਾਹਿਆ। ਉਹ ਸਲਾਹਣ ਦੇ ਯੋਗ ਵੀ ਸੀਗਾ। ਤੁਸੀਂ ਯਕੀਨ ਕਰੋਗੇ 1 ਘੰਟੇ ਦੇ ਵਿੱਚ, ਸਾਡੇ ਕੋਲ ਟਾਈਮ ਥੋੜ੍ਹਾ ਸ਼ਾਰਟ ਸੀ, 2 ਘੰਟੇ ਦਾ ਟਾਈਮ ਸੀ, ਪਰ ਅਸੀਂ ਕਰਦੇ ਕਰਾਉਂਦੇ ਪਹਿਲਾ ਦਿਨ ਸੀ, ਲੇਟ ਹੋ ਗਏ ਅਤੇ 1 ਘੰਟੇ ਦੇ ਵਿੱਚ ਅਸੀਂ ਆਲਮੋਸਟ 6 ਜਣੇ ਸੀ ਜਿਨ੍ਹਾਂ ਨੇ ਤਕਰੀਬਨ 150 ਰੁੱਖ ਲਗਾ ਤਾ ਜੀ। ਕੀ ਬਾਤ ਹੈ ਜੀ। ਔਰ ਉਹ ਸਿਟੀ ਆਫ ਐਡਮਿੰਟਨ ਵਾਲੇ ਕਹਿੰਦੇ ਵੀ ਇਟ ਵਾਜ਼ ਟਾਸਕ ਆਫ ਐਟਲੀਸਟ 2.5 ਆਵਰਸ। ਵਾਓ। ਜਿਹੜਾ ਤੁਸੀਂ 1 ਘੰਟੇ ਦੇ ਵਿੱਚ ਕੀਤਾ। ਅਤੇ ਉਹ ਕਹਿੰਦੇ ਵੀ ਵੀ ਵੁੱਡ ਲਵ ਟੂ ਹੈਵ ਯੂ ਇਨ ਆਵਰ ਵਲੰਟੀਅਰ ਟੀਮ। ਅਤੇ ਨਾਲ ਦੀ ਨਾਲ ਹੀ ਉਹਨਾਂ ਨੇ ਦੂਜੇ ਦਿਨ ਹੀ ਮੈਨੂੰ ਈਮੇਲ ਕਰ ਦਿੱਤੀ ਹੈ ਜੀ ਕਿ ਸੈਪਟੈਂਬਰ ਮਹੀਨੇ ਦੇ ਵਿੱਚ 3 ਹਫ਼ਤੇ ਜਿਹੜੇ ਆ ਉਹਨਾਂ ਨੇ ਭੇਜ ਦਿੱਤੇ ਕਿ ਕਿਹੜੇ ਹਫ਼ਤੇ ਦੇ ਵਿੱਚ ਅਸੀਂ ਉਹ ਕੰਮ ਕਰ ਸਕਦੇ ਹਾਂ। ਅਤੇ ਮੈਂ ਅੱਜ ਹੀ ਉਹਨਾਂ ਨੂੰ ਜਵਾਬ ਦਿੱਤਾ ਜੀ ਕਿ ਮੈਂ ਪਹਿਲੇ ਹਫ਼ਤੇ ਹੀ 6 ਤਰੀਕ ਵਾਲਾ ਜਿਹੜਾ ਹਫ਼ਤਾ ਉਹਦੇ ਵਿੱਚ ਅਸੀਂ ਤਿਆਰ ਹਾਂ ਕੰਮ ਕਰਨ ਲਈ, ਦੁਬਾਰਾ ਫਿਰ ਵਲੰਟੀਅਰ ਕਰਨ ਲਈ। ਬਹੁਤ ਨੇਕ ਕੰਮ ਹੈ ਜੀ। ਔਰ ਮੈਂ ਆਪਣੇ ਚੈਨਲ ਵੱਲੋਂ ਵੀ ਧੰਨਵਾਦ ਵੀ ਕਰਦਾ ਤੁਹਾਡਾ, ਅਤੇ ਭਰੋਸਾ ਵੀ ਦਿਵਾਉਣਾ ਕਿ ਸਾਡੀ ਟੀਮ ਵੀ ਪਹੁੰਚੇਗੀ, ਨਾਲ ਪਲਾਂਟੇਸ਼ਨ ਵੀ ਕਰਾਵਾਂਗੇ ਅਤੇ ਨਾਲ ਦੇ ਨਾਲ ਕਵਰੇਜ ਵੀ ਕਰਾਂਗੇ ਜੀ। ਬਿਲਕੁਲ, ਬਹੁਤ ਜ਼ਿਆਦਾ ਜ਼ਰੂਰਤ ਹੈ ਜੀ। ਮੈਨੂੰ ਇਹਦੇ ਲਈ ਕੋਈ ਇਸ ਕਰਕੇ ਨਹੀਂ ਜ਼ਰੂਰਤ ਕਿ ਮੈਨੂੰ ਕੋਈ ਵਡਿਆਈ ਜਾਂ ਮੈਨੂੰ ਕੋਈ ਮੈਡਲ ਚਾਹੀਦਾ। ਇਹ ਇਸ ਕਰਕੇ ਜ਼ਰੂਰੀ ਆ ਕਿਉਂਕਿ ਸਾਡੇ ਬਹੁਤ ਸਾਰੇ ਭੈਣ ਭਰਾ ਐਸੇ ਨੇ ਜਿਹੜੇ ਵਲੰਟੀਅਰ ਸਰਵਿਸ ਕਰਨਾ ਚਾਹੁੰਦੇ ਪਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ। ਮੈਂ ਇਹ ਚਾਹੁੰਦਾ ਕਿ ਉਹਨਾਂ ਤੱਕ ਮੈਸੇਜ ਪਹੁੰਚੇ ਔਰ ਉਹਨਾਂ ਨੂੰ ਇਸ ਗੱਲ ਦਾ ਉਤਸ਼ਾਹ ਮਿਲੇ ਕਿ ਮੈਂ ਨਹੀਂ, ਸਾਰੇ ਹੀ ਕਰ ਸਕਦੇ ਆ ਜੀ।
ਇਹ ਸਾਰਿਆਂ ਦਾ ਸਾਂਝਾ ਕੰਮ ਹੈ। ਮੈਂ ਹੁਣ ਵੀ ਤੁਹਾਨੂੰ ਦੱਸ ਦਿੰਦਾ ਕਿ 6 ਤਰੀਕ ਨੂੰ ਜਿਹੜਾ ਅਸੀਂ ਕਰਨ ਜਾ ਰਹੇ ਮੈਂ ਓਪਨ ਸਾਰਿਆਂ ਨੂੰ ਸੱਦਾ ਦੇਣਾ ਕਿ ਜਿਹੜਾ ਵੀ ਬੰਦਾ ਚਾਹੁੰਦਾ, ਕੋਈ ਪੰਜਾਬ ਇੰਸ਼ੋਰੈਂਸ ਦਾ ਇਕੱਲੇ ਦਾ ਕੰਮ ਨਹੀਂ ਹੈ ਜਾਂ ਯੂਨਾਈਟਿਡ ਏਡ ਦਾ ਕੰਮ ਨਹੀਂ ਹੈ ਇਕੱਲਾ ਇਹ ਅਸੀਂ ਓਪਨ ਸੱਦਾ ਦਿਆਂ ਕਿ ਜਿਹੜਾ ਵੀ ਕਰਨਾ ਚਾਹੁੰਦਾ ਸਾਨੂੰ ਆਪਣਾ ਨਾਮ ਲਿਖਾਵੇ, ਸਾਡੇ ਨਾਲ ਵੱਧ ਚੜ੍ਹ ਕੇ ਹਿੱਸਾ ਲਵੇ। ਦਰਖਤ ਤਾਂ ਜਿੰਨੇ ਲਾ ਲਾਂਗੇ ਉਨੇ ਥੋੜ੍ਹੇ ਆ। ਬਿਲਕੁਲ ਜੀ, ਸਿਆਣੇ ਕਹਿੰਦੇ ਹੁੰਦੇ ਇੱਕ ਰੁੱਖ ਤੇ 100 ਸੁੱਖ। 100 ਸੁੱਖ। ਤੇ ਆਉਣ ਵਾਲੀ 6 ਤਰੀਕ ਨੂੰ ਜੀ ਇਹ ਦੁਬਾਰਾ ਮੁਹਿੰਮ ਜਿਹੜੀ ਆ ਰੁੱਖ ਲਗਾਉਣ ਵਾਲੀ ਸ਼ੁਰੂ ਕਰ ਰਹੇ ਨੇ, ਤੇ ਇਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਵੇ। ਔਰ ਇਹਦਾ ਇੱਕ ਹੋਰ ਸਵਾਲ, ਸੌਰੀ ਮੈਂ ਤੁਹਾਨੂੰ ਇੱਕ ਸੈਕਿੰਡ ਲਈ ਕੱਟ ਰਿਹਾ, ਤੁਸੀਂ ਜਿਹੜਾ ਸਵਾਲ ਕੀਤਾ ਸੀਗਾ ਕਿ ਵੀ ਇਹਦੀ ਸੋਚ ਕਿਉਂ ਆਈ, ਇਹ ਸੋਚ ਮੈਨੂੰ ਉਦੋਂ ਆਈ ਜਦੋਂ ਮੈਂ ਇੱਕ ਦਿਨ ਬਾਹਰ ਆਪਣੇ ਐਡਮਿੰਟਨ ਤੋਂ ਜਾ ਦੇਖਿਆ ਨਵੀਆਂ ਕੰਸਟਰਕਸ਼ਨਾਂ ਹੋ ਰਹੀਆਂ, ਉੱਥੇ ਢੇਰਾਂ ਦੇ ਢੇਰ ਦਰਖਤਾਂ ਦੇ ਕੱਟ ਕੇ ਉਹਨਾਂ ਨੇ ਜਗ੍ਹਾ ਨੂੰ ਬਰਾਬਰ ਕੀਤਾ, ਸਮਤਲ ਕਰ ਰਹੇ ਸੀ। ਬਿਲਕੁਲ। ਔਰ ਮੈਂ ਇਹ ਵੀ ਸੋਚਿਆ, ਮੈਂ ਕਿਹਾ ਯਾਰ ਵੀ ਇਹ ਜਿੰਨੇ ਦਰਖਤ ਕੱਟੇ ਜਾਂਦੇ ਆ, ਪਤਾ ਨਹੀਂ ਮੈਂ ਤਾਂ ਇੱਕ ਛੋਟਾ ਜਿਹਾ ਰਕਬਾ ਹੀ ਦੇਖਿਆ, ਕਿੰਨੀ ਕੰਸਟਰਕਸ਼ਨ ਹੁੰਦੀ ਆ ਜਿਹਦੇ ਵਿੱਚ ਹਜ਼ਾਰਾਂ ਹੀ ਦਰਖਤ ਕੱਟੇ ਜਾਂਦੇ, ਸ਼ਾਇਦ ਲੱਖਾਂ ਹੀ ਹੋਣਗੇ ਕੈਨੇਡਾ ਦੇ ਵਿੱਚ ਜੇਕਰ ਸੋਚਿਆ ਜਾਵੇ। ਕੀ ਉਹਨਾਂ ਦੀ ਭਰਪਾਈ ਹੁੰਦੀ ਆ? ਮੇਰਾ ਨਹੀਂ ਖਿਆਲ ਕਿ ਇੰਨੀ ਜਿੰਨੇ ਕੱਟੇ ਜਾਂਦੇ ਉਹਨੇ ਦਰਖਤ ਲੱਗ ਨਹੀਂ ਰਹੇ, ਨਹੀਂ ਲੱਗਦੇ। ਔਰ ਇਹੀ ਕਾਰਨ ਕਿ ਆਪਣਾ এনवायरमेंट ਦਿਨ ਪਰ ਦਿਨ ਵਿਗੜਦਾ ਜਾ ਰਿਹਾ। ਬਿਲਕੁਲ ਜੀ, ਇੱਕ ਨੇਕ ਕਾਰਜ ਆ, ਆਪਾਂ ਸਾਰਿਆਂ ਨੇ ਕੁਦਰਤ ਨੂੰ ਰਲ ਮਿਲ ਕੇ ਸਾਂਭਣਾ ਵਾ। ਤੇ ਬਾਬਾ ਜੀ ਇਹ ਤਾਂ ਚਲੋ ਗੱਲਬਾਤ ਹੋ ਗਈ ਆਪਣੇ ਕੁਦਰਤੀ ਵਾਤਾਵਰਣ ਦੀ, ਹੁਣ ਆਪਾਂ ਮੁੱਦੇ ਤੇ ਆਉਂਦੇ ਆ ਜੀ, ਕਿਉਂਕਿ ਬਾਬਾ ਜੀ ਆਏ ਨੇ, ਇੰਸ਼ੋਰੈਂਸ ਦੀ ਗੱਲ ਨਾ ਹੋਵੇ ਇਹ ਹੋ ਨਹੀਂ ਸਕਦਾ। ਚਲੋ ਤੇ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਕਿਹੜਾ ਪ੍ਰੋਡਕਟ ਅੱਜ ਸਾਂਝਾ ਕਰਨਾ ਤੁਸੀਂ? ਅੱਜ ਆਪਾਂ ਮਾਹੌਲ ਨੂੰ ਦੇਖਦੇ ਹੋਏ ਇਹ ਪ੍ਰੋਡਕਟ ਦੀ ਸਾਂਝ ਪਾਵਾਂਗਾ ਮੈਂ ਤੁਹਾਡੇ ਨਾਲ। ਮਾਹੌਲ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਪਿਛਲੇ 1.5 ਸਾਲ ਤੋਂ ਹਰ ਕੈਨੇਡੀਅਨ ਕੀ ਮੇਰਾ ਖਿਆਲ ਦੁਨੀਆ ਦੇ ਸਾਰੇ ਲੋਕ ਹੀ ਤਕਰੀਬਨ ਜੀ ਘਰੋਂ ਘਰੀ ਵੜੇ ਰਹੇ ਨੇ, ਮਜਬੂਰ ਹੋ ਗਏ ਸੀਗੇ ਕੋਵਿਡ ਕਰਕੇ। ਬੜੀ ਮੁਸ਼ਕਲ ਨਾਲ ਮੇਰਾ ਖਿਆਲ ਆ ਕਿ ਆ ਪਿਛਲਾ 1.5 ਮਹੀਨਾ 1.5 ਮਹੀਨਾ ਹੋਇਆ ਆਪਾਂ ਨੂੰ ਜਦੋਂ ਕੁਝ ਰਾਹਤ ਮਿਲੀ ਹੈ, ਖਾਸ ਕਰਕੇ ਅਲਬਰਟਾ ਸਟੇਟ ਨੇ ਕਾਫੀ ਖੁੱਲ੍ਹ ਦਿੱਤੀ ਆ ਵੀ ਤੁਸੀਂ ਬਾਹਰ ਅੰਦਰ ਘੁੰਮ ਫਿਰ ਸਕਦੇ ਹੋ। ਇਹ ਇਸੇ ਤਰ੍ਹਾਂ ਹੀ ਆਪਣੇ ਬਾਹਰੋਂ ਸੱਜਣ ਮਿੱਤਰ ਵੀ ਬਾਹਰ ਨਿਕਲ ਰਹੇ ਨੇ। ਬਹੁਤ ਸਾਰੇ ਕੈਨੇਡਾ ਦੇ ਵਿੱਚ ਲੋਕ ਨੇ ਜਿਹੜੇ ਪਿਛਲੇ 1.5 ਸਾਲ ਤੋਂ ਪਹਿਲਾਂ ਦੇ ਇੱਥੇ ਆਏ ਨੇ, ਵਿਜ਼ਟਰ ਵੀਜ਼ੇ ਤੇ ਆਏ ਨੇ, ਸੁਪਰ ਵੀਜ਼ੇ ਤੇ ਆਏ ਹੋਏ ਨੇ। ਔਰ ਬਹੁਤੇ ਲੋਕ ਐਸੇ ਨੇ ਜਿਨ੍ਹਾਂ ਦੇ ਕੋਲ ਇੰਸ਼ੋਰੈਂਸ ਹੁਣ ਇਸ ਵੇਲੇ ਹੈ ਨਹੀਂ। ਮੈਂ ਅੱਜ ਉਸੇ ਟੌਪਿਕ 'ਤੇ ਗੱਲ ਕਰਨ ਜਾ ਰਿਹਾ ਕਿਉਂਕਿ ਲੋਕ ਇਹ ਸਮਝਦੇ ਨੇ ਸ਼ਾਇਦ ਕਿ ਵੀ ਅਸੀਂ ਅਗਰ ਘਰ ਹੈਗੇ ਤਾਂ ਸਾਨੂੰ ਘਰ ਕੋਈ ਐਮਰਜੈਂਸੀ ਨਹੀਂ ਆ ਸਕਦੀ। ਐਮਰਜੈਂਸੀ ਇੰਸ਼ੋਰੈਂਸ, ਇਹਨੂੰ ਐਮਰਜੈਂਸੀ ਇੰਸ਼ੋਰੈਂਸ ਕਹਿੰਦੇ ਆ ਜੀ, ਜਿਹੜੀ ਸੁਪਰ ਵੀਜ਼ਾ ਜਾਂ ਵੈਸਟ ਵੀਜ਼ਾ ਇੰਸ਼ੋਰੈਂਸ ਆ। ਇਹ ਆਪਾਂ ਕਿਉਂ ਕਰਾਉਂਦੇ ਆ? ਤਾਂ ਕਿ ਕਿਤੇ ਕੋਈ ਐਸੀ ਅਣਸੁਖਾਵੀਂ ਆਪਣੇ ਨਾਲ ਕੋਈ ਘਟਨਾ ਨਾ ਘਟ ਜਾਵੇ ਜਿਹਦਾ ਖਮਿਆਜ਼ਾ ਆਪਣੇ ਬੱਚਿਆਂ ਨੂੰ ਭੁਗਤਣਾ ਪਵੇ ਜੀ, ਜਿਨ੍ਹਾਂ ਕੋਲ ਅਸੀਂ ਜਾਂ ਸਾਡੇ ਜਿਹੜੇ ਵਿਜ਼ਟਰ ਨੇ ਉਹ ਆ ਕੇ ਰਹਿੰਦੇ ਨੇ। ਤੁਸੀਂ ਗੱਲ ਸ਼ੁਰੂ ਕੀਤੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਤੋਂ, ਥੋੜਾ ਸੰਖੇਪ ਦੇ ਵਿੱਚ ਮੈਨੂੰ ਪਤਾ ਵੀ ਤੁਸੀਂ ਪਹਿਲਾਂ ਵੀ ਐਕਸਪਲੇਨ ਕੀਤਾ ਹੋਇਆ, ਸੁਪਰ ਵੀਜ਼ਾ ਕੀ ਆ ਤੇ ਕਿਉਂ ਚਾਹੀਦਾ ਇਹ ਜ਼ਰੂਰ ਦੱਸਿਓ। ਸੁਪਰ ਵੀਜ਼ਾ ਮਨਜੀਤ ਜੀ 2011 ਦੇ ਵਿੱਚ ਕੈਨੇਡਾ ਗਵਰਨਮੈਂਟ ਨੇ ਇੱਕ ਬਹੁਤ ਹੀ ਵੱਡੀ ਰਾਹਤ ਦਿੱਤੀ ਸੀਗੀ ਆਪਣੇ ਲੋਕਾਂ ਨੂੰ, ਜਿਹੜੇ ਬੱਚੇ ਖਾਸ ਕਰਕੇ ਚਿਰਾਂ ਤੋਂ ਕੈਨੇਡਾ ਦੇ ਵਿੱਚ ਆਪਣੇ ਕਾਰੋਬਾਰਾਂ ਦੇ ਵਿੱਚ ਰੁੱਝੇ ਹੋਏ ਸੀ, ਉਹਨਾਂ ਨੂੰ ਜਾਂ ਉਹਨਾਂ ਦੇ ਅੱਗੇ ਛੋਟੇ ਬੱਚਿਆਂ ਨੂੰ ਆਪਣੇ ਨਾਨਾ ਨਾਨੀ ਦਾਦਾ ਦਾਦੀ ਨੂੰ ਜਾਂ ਕਈਆਂ ਦੇ ਜਿਹੜੇ ਯੰਗ ਬੱਚੇ ਆਏ ਸੀ ਉਹਨਾਂ ਨੂੰ ਆਪਣੇ ਮਾਂ-ਬਾਪ ਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲਿਆ ਕਈ ਸਾਲ ਜੀ, ਉਹਨਾਂ ਵਾਸਤੇ ਇਹ ਇੱਕ 2011 ਦੇ ਵਿੱਚ ਸੁਪਰ ਵੀਜ਼ਾ ਇਹਨਾਂ ਨੇ ਸ਼ੁਰੂ ਕੀਤਾ ਸੀ। ਉਹਦੀ ਇੱਕ ਸਭ ਤੋਂ ਪਹਿਲੀ ਜਿਹੜੀ ਮੇਨ ਮੈਂਡੇਟਰੀ ਜਿਹੜੀ ਇਹਨਾਂ ਨੇ ਰਿਕੁਆਇਰਮੈਂਟ ਰੱਖੀ ਸੀ ਉਹ ਹੈਗੀ ਆ ਸੁਪਰ ਵੀਜ਼ਾ ਇੰਸ਼ੋਰੈਂਸ, ਜਿਹੜੀ $1 ਲੱਖ ਦੀ ਮੈਂਡੇਟਰੀ ਇੰਸ਼ੋਰੈਂਸ ਆ। ਔਰ ਤੁਹਾਨੂੰ ਉਹ ਲੈ ਕੇ ਫਿਰ ਤੁਸੀਂ ਐਪਲੀਕੇਸ਼ਨ ਉਹਦੀ ਅੱਗੇ ਸਟਾਰਟ ਹੁੰਦੀ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਦੀ। ਇਹਦਾ ਮਕਸਦ ਇਹ ਹੈ ਕਿ ਵੀ ਤੁਸੀਂ $1 ਲੱਖ ਦੀ ਉਹਨਾਂ ਨੇ ਕਿਉਂ ਰੱਖੀ, ਇਹ ਵੀ ਇੱਕ ਸਵਾਲ ਆ। ਕਾਰਨ ਇਹ ਹੈ ਕਿ ਕੈਨੇਡਾ ਦੇ ਵਿੱਚ ਮੈਡੀਕਲ ਜਿਹੜਾ ਬਹੁਤ ਐਕਸਪੈਂਸਿਵ ਹੈ, ਹਸਪਤਾਲਾਂ ਦੇ ਖਰਚੇ ਬਹੁਤ ਜ਼ਿਆਦਾ ਨੇ। ਰਫਲੀ ਜੇ ਅਗਰ ਮੈਂ ਤੁਹਾਨੂੰ ਅੰਦਾਜ਼ਾ ਦੱਸ ਦਿਆਂ ਕਿ ਅਗਰ ਕਿਸੇ ਨੂੰ ਰੱਬ ਨਾ ਕਰੇ ਕਦੀ ਹਸਪਤਾਲ ਦਾਖਲ ਹੋਣਾ ਪੈ ਜਾਵੇ, ਮਿਨੀਮਮ $4,000 ਤੋਂ $5,000 ਡੇਲੀ ਦਾ ਐਕਸਪੈਂਸ ਹੈ ਜੀ ਹਸਪੀਟਲ ਦਾ। ਅੱਛਾ ਜੀ। ਹਾਂਜੀ, ਤੇ ਤੁਸੀਂ ਇਹ ਹਿਸਾਬ ਲਾ ਲਓ ਕਿ $1 ਲੱਖ 20 ਦਿਨਾਂ 'ਚ ਮੁੱਕ ਜਾਂਦਾ, 25 ਦਿਨਾਂ 'ਚ। ਬਿਲਕੁਲ। ਤੇ ਜੇ ਰੱਬ ਨਾ ਕਰੇ ਕੋਈ ਸਰਜਰੀ ਵਗੈਰਾ ਹੋ ਗਈ ਜਾਂ ਕੋਈ ਇਦਾਂ ਦਾ ਕੋਈ ਹੋਰ ਗੰਭੀਰ ਜਿਹੜੀ ਸਮੱਸਿਆ ਆ ਗਈ ਤੇ ਫਿਰ ਤਾਂ ਵਾਹਿਗੁਰੂ ਲੱਖ ਤੋਂ ਉੱਪਰ ਵੀ ਜਾ ਸਕਦਾ ਖਰਚਾ। ਬਿਲਕੁਲ ਜਾ ਸਕਦਾ ਜੀ, ਬੜੇ ਵਾਰੀ ਚਲੇ ਜਾਂਦਾ। ਕਈ ਕੇਸ ਐਸੇ ਨੇ, ਮੇਰੀਆਂ ਟਿਪਸ ਦੇ ਉੱਤੇ ਨੇ, ਮੈਂ ਤੁਹਾਨੂੰ ਕਿਸੇ ਨੂੰ ਜ਼ਰੂਰਤ ਹੋਵੇ ਮੈਂ ਦੱਸ ਵੀ ਸਕਦਾ। ਪਤਾ ਨਹੀਂ ਕਿੰਨੇ ਕੁ ਇਸ ਵੇਲੇ ਕੋਰਟ ਕੇਸ ਚੱਲ ਰਹੇ ਨੇ, ਕਿੰਨੀਆਂ ਕੁ ਅਰਜ਼ੀਆਂ ਇਸ ਵੇਲੇ ਅਲਬਰਟਾ ਹੈਲਥ ਕੇਅਰ ਕੋਲ ਪਈਆਂ ਨੇ, ਜਿਹਦੇ ਵਿੱਚ ਕਿ ਲੋਕਾਂ ਦੇ ਖਰਚੇ ਜਿਹੜੇ ਸੀ ਉਹ ਲੱਖ ਤੋਂ ਉੱਪਰ ਵੱਧ ਗਏ ਔਰ ਉਹ ਅਸਮਰਥ ਨੇ ਉਹ ਪੈਸਾ ਪੇ ਕਰਨ ਲਈ।
ਆਪਾਂ ਸਾਰੇ ਹੀ ਇੱਥੋਂ ਦੇ ਵਸਿੰਦੇ ਆ ਇਸ ਵੇਲੇ। ਜੀ। ਆਪਾਂ ਨੂੰ ਚੰਗਾ ਭਲਾ ਪਤਾ ਕਿ ਵੀ ਕਿਸ ਤਰ੍ਹਾਂ ਆਪਾਂ ਦਿਨ ਰਾਤ ਇੱਕ ਕਰਕੇ ਤੇ ਆਪਣਾ ਗੁਜ਼ਰ ਬਸਰ ਕਰਦੇ ਆ। ਕਿਸੇ ਦੇ ਸਿਰ ਤੇ ਰਾਈਟ ਵੇ ਕੋਈ ਲੱਖ 2 ਲੱਖ ਡਾਲਰ ਦਾ ਖਰਚਾ ਆ ਜਾਵੇ, ਕਿਸ ਤਰ੍ਹਾਂ ਆਪਾਂ ਮਹਿਸੂਸ ਕਰਾਂਗੇ ਤੇ ਕਿਸ ਤਰ੍ਹਾਂ ਆਪਾਂ ਉਹਨੂੰ ਹੈਂਡਲ ਕਰਾਂਗੇ, ਇਹ ਬਿਗ ਕੁਐਸਚਨ ਦੱਸਣ ਦੀ ਲੋੜ ਨਹੀਂ। ਜੀ। ਉਹਨਾਂ ਗੱਲਾਂ ਤੋਂ ਬਚਣ ਲਈ ਮੈਂ ਇਹ ਕਹਿਣਾ ਹੁੰਦਾ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਜੇ ਆਪਣੇ ਕੋਲ 1 ਲੱਖ ਡਾਲਰ ਦੀ ਇੰਸ਼ੋਰੈਂਸ ਵੀ ਹੈਗੀ ਆ ਨਾ, ਤਾਂ ਵੀ ਬੜਾ ਵੱਡਾ ਇੱਕ ਤੁਹਾਨੂੰ ਇੱਕ ਸੁਖਾਵਾਂ ਸਮਾਂ ਤੁਸੀਂ ਮਹਿਸੂਸ ਕਰ ਸਕਦੇ ਹੋ, ਪੀਸ ਆਫ ਮਾਈਂਡ ਆ, ਜਿਹਦੇ ਨਾਲ ਕਿ ਤੁਹਾਨੂੰ ਬੇਫਿਕਰੀ ਹੈ ਕਿ ਤੁਹਾਡਾ ਕੋਈ ਗੈਸਟ, ਤੁਹਾਡੇ ਮਾਂ-ਬਾਪ ਅਗਰ ਤੁਹਾਡੇ ਕੋਲ ਹੈਗੇ ਆ, ਤੁਹਾਨੂੰ ਬੇਫਿਕਰੀ ਆ। ਬਿਲਕੁਲ ਬਾਬਾ ਜੀ, ਕਿਉਂਕਿ ਕੱਲ ਅਮਰੀਕਾ ਨੇ ਵੀ ਬਾਰਡਰ ਜਿਹੜੇ ਕੈਨੇਡਾ ਨਾਲ ਖੁੱਲ ਗਏ ਨੇ। ਬਿਲਕੁਲ, ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹ ਆ ਸਕਦੇ ਨੇ। ਵੈਲਕਮ ਟੂ ਕੈਨੇਡਾ ਕਹਿਤਾ ਜੀ ਉਹਨਾਂ ਨੇ। ਸੋ ਇਸੇ ਤਰ੍ਹਾਂ ਹੋਰ ਦੇਸ਼ ਜਿਹੜੇ ਆ ਉਹਨਾਂ ਤੋਂ ਵੀ ਜਿਹੜੇ ਪੇਰੈਂਟਸ ਗ੍ਰੈਂਡ ਪੇਰੈਂਟਸ ਆ ਰਹੇ ਨੇ। ਤੁਸੀਂ ਜ਼ਿਕਰ ਕਰ ਰਹੇ ਸੀਗੇ ਪਹਿਲਾਂ ਕਿ ਕੈਨੇਡਾ ਗਵਰਨਮੈਂਟ ਨੇ ਐਪਲੀਕੇਸ਼ਨਸ ਵੀ ਦੁਬਾਰਾ ਖੋਲ੍ਹ ਦਿੱਤੀਆਂ ਨੇ। ਹਾਂਜੀ, ਸੁਪਰ ਵੀਜ਼ੇ ਦੀਆਂ ਦੁਬਾਰਾ ਖੋਲ੍ਹ ਰਹੀਆਂ। ਮੈਨੂੰ ਕੱਲ ਪਰਸੋਂ ਦੀਆਂ ਬਹੁਤ ਸਾਰੀਆਂ ਕਾਲਾਂ ਆ ਚੁੱਕੀਆਂ ਨੇ ਜੀ ਆਲਰੇਡੀ। ਜੀ। ਤੇ ਲੋਕ ਧੜਾ-ਧੜ ਸੁਪਰ ਵੀਜ਼ੇ ਅਪਲਾਈ ਕਰ ਰਹੇ ਨੇ ਹੁਣ ਆਪਣੇ ਮਾਂ-ਬਾਪ ਲਈ, ਗ੍ਰੈਂਡ ਪੇਰੈਂਟਸ ਲਈ। ਤੇ ਉਮੀਦ ਆ ਕਿ ਜੇ ਅਗਰ ਮਾਹੌਲ ਠੀਕ ਹੁੰਦਾ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ, ਤੇ ਮੇਰਾ ਖਿਆਲ ਆ ਮੁੜ ਮੇਲੇ ਲੱਗਣਗੇ ਜੀ ਕੈਨੇਡਾ ਦੇ ਵਿੱਚ। ਬਿਲਕੁਲ ਜੀ। ਤੇ ਬਾਬਾ ਜੀ, ਮੇਰੇ ਦਿਮਾਗ ਵਿੱਚ ਇੱਕ ਸਵਾਲ ਹੈ ਕਿ ਤੁਸੀਂ ਅਕਸਰ ਹੀ ਰੇਡੀਓ ਤੇ ਟੀਵੀ ਤੇ ਲਗਾਤਾਰ ਲੋਕਾਂ 'ਚ ਜਾਗਰੂਕਤਾ ਪੈਦਾ ਕਰਦੇ ਜੀ ਕਿ ਭਾਈ ਇੰਸ਼ੋਰੈਂਸ ਲੈ ਲਓ, ਸੁਪਰ ਵੀਜ਼ਾ ਇੰਸ਼ੋਰੈਂਸ ਲੈ ਲਓ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਜ਼ਰੂਰ ਲਓ। ਤੁਹਾਡੇ ਅਗਰ ਪੇਰੈਂਟਸ ਆ ਰਹੇ ਆ, ਗ੍ਰੈਂਡ ਪੇਰੈਂਟਸ ਆ ਰਹੇ ਆ, ਫਰੈਂਡਸ ਆ ਰਹੇ ਜਾਂ ਰਿਲੇਟਿਵਸ ਆ ਰਹੇ ਨੇ, ਕੀ ਲੱਗਦਾ ਵੀ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਅਵੇਸਲਾਪਣ ਆ, ਜਾਂ ਲੋਕ ਕਿਤੇ ਨਾ ਕਿਤੇ ਘੇਸਲ ਮਾਰ ਜਾਂਦੇ, ਕੀ ਚੱਕਰ ਆ? ਦੋਨੋਂ ਹੀ ਗੱਲਾਂ ਨੇ ਜੀ। ਗੱਲ ਇਹ ਹੈ ਕਿ ਮੈਂ ਬਹੁਤਾ ਤਾਂ ਲੋਕਾਂ ਨੂੰ ਇਹ ਸਮਝਦਾ ਕਿ ਲੋਕ ਕਈ ਵਾਰੀ ਤਾਂ ਘੇਸਲ ਹੀ ਮਾਰ ਜਾਂਦੇ ਆ। ਚੱਲ ਕੋਈ ਨਹੀਂ, ਚੰਗੇ ਭਲੇ ਆ, ਕੀ ਹੋਇਆ, ਕਾਹਨੂੰ 200-400 ਡਾਲਰ ਖਰਾਬ ਕਰਨਾ। ਪਰ ਕੁਝ ਲੋਕ ਐਸੇ ਵੀ ਨੇ ਜਿਹੜੇ ਆਪਣੇ ਕੰਮਾਂ ਕਾਰਾਂ ਦੇ ਰੁਝੇਵਿਆਂ ਦੇ ਵਿੱਚ ਭੁੱਲ ਹੀ ਜਾਂਦੇ ਕਿ ਮਾਂ-ਬਾਪ ਸਾਡੇ ਆਏ ਹੋਏ ਨੇ, ਉਹਨਾਂ ਦੀ ਇੰਸ਼ੋਰੈਂਸ ਮੁੱਕ ਗਈ ਆ। ਬਿਲਕੁਲ। ਸਾਡੇ ਕੋਲ ਆਲਮੋਸਟ ਜਿਹੜੀਆਂ ਕੰਪਨੀਆਂ ਦੇ ਥਰੂ ਅਸੀਂ ਇੰਸ਼ੋਰੈਂਸ ਕਰਦੇ ਹਾਂ, ਬਹੁਤ ਸਾਰੀਆਂ ਕੰਪਨੀਆਂ ਨੇ ਸਾਨੂੰ ਉਹ ਟਾਈਮ ਟੂ ਟਾਈਮ ਦੱਸਦੀਆਂ ਰਹਿੰਦੀਆਂ ਕਿ ਤੁਹਾਡੇ ਫਲਾਣੇ ਕਲਾਇੰਟ ਦੀ ਇੰਸ਼ੋਰੈਂਸ ਖਤਮ ਹੋਣ ਵਾਲੀ ਹੈ। ਰਿਮਾਈਂਡਰ ਦਿੰਦੇ ਨੇ। ਅਸੀਂ ਉਹ ਰਿਮਾਈਂਡਰ ਹੁਣ ਅਕਸਰ ਅਸੀਂ ਲੋਕਾਂ ਨੂੰ ਭੇਜਦੇ ਹਾਂ ਦੁਬਾਰਾ ਫਿਰ। ਜੀ। ਬਹੁਤੇ ਲੋਕ ਨੇ ਉਹਨਾਂ ਦਾ ਜਵਾਬ ਇਹੀ ਹੁੰਦਾ, ਭਾਜੀ ਥੈਂਕ ਯੂ ਤੁਹਾਡਾ, ਤੁਸੀਂ ਯਾਦ ਕਰਾਤਾ, ਸਾਡੇ ਤੇ ਚੇਤੇ ਹੀ ਨਹੀਂ ਸੀਗਾ ਵੀ ਇੰਸ਼ੋਰੈਂਸ ਮੁੱਕ ਚੱਲੀ ਹੈ। ਸੋ ਇਹ ਗੱਲਾਂ ਉੱਥੋਂ ਪਤਾ ਲੱਗਦੀਆਂ ਕਿ ਰੁਝੇਵਿਆਂ ਦੇ ਵਿੱਚ ਨਹੀਂ ਯਾਦ ਰਹਿੰਦਾ ਕਿਸੇ ਵੇਲੇ। ਪਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡਾ ਮੁੱਦਾ ਕਿਸੇ ਵੇਲੇ ਸਾਨੂੰ ਵੀ ਭੁੱਲ ਸਕਦਾ। ਜੀ। ਅਸੀਂ ਵੀ ਕਾਰੋਬਾਰ ਦੇ ਵਿੱਚ ਭੁੱਲ ਜਾਂਦੇ ਕਈ ਵਾਰੀ ਵੀ ਨਹੀਂ ਰਿਮਾਈਂਡਰ ਨਾ ਭੇਜਿਆ ਗਿਆ ਦੁਬਾਰਾ। ਪਰ ਮੈਂ ਇਹ ਸਮਝਦਾ ਕਿ ਵੀ ਇਹ ਦੋਨਾਂ ਦਾ ਹੀ ਬਰਾਬਰ ਦੀ ਜ਼ਿੰਮੇਵਾਰੀ ਆ, ਕਲਾਇੰਟ ਦੀ ਵੀ ਔਰ ਸਾਡੀ ਵੀ। ਤੇ ਉਹਨਾਂ ਨੂੰ ਇੱਕ ਸੁਨੇਹਾ ਦੇ ਦਿਓ ਜਿਹੜੇ ਲੋਕ ਅਵੇਸਲੇ ਹੋਏ ਬੈਠੇ ਨੇ, ਤੇ ਨਾਲ ਦੇ ਨਾਲ ਆਪਣਾ ਇੱਕ ਸੰਪਰਕ ਨੰਬਰ ਵੀ ਸਾਂਝਾ ਕਰ ਦਿਓ ਵੀ ਤੁਹਾਨੂੰ ਅਗਰ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੇ। ਸੁਨੇਹਾ ਤਾਂ ਬਾਈ ਜੀ ਇਹੀ ਆ ਕਿ ਦੇਖੋ, ਪੰਜਾਬ ਰੋਡਵੇਜ਼ ਦੀ ਬੱਸਾਂ ਦੇ ਪਿੱਛੇ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਸਹੀ ਗੱਲ ਹੈ। ਉਹਦਾ ਮਕਸਦ ਕੀ ਸੀ ਕਿ ਭਾਈ ਆਪਣਾ ਸਮਾਨ ਆਪਣੇ ਕੋਲ ਸਾਂਭ ਕੇ ਰੱਖੋ। ਤੇ ਜੇ ਆਪਣੇ ਮਾਂ-ਬਾਪ ਜਾਂ ਆਪਣੇ ਰਿਸ਼ਤੇਦਾਰ ਆਪਣੇ ਕੋਲ ਆਏ ਆ, ਤੇ ਮੇਰਾ ਖਿਆਲ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਬਣਦੀ ਕਿ ਅਸੀਂ ਉਹਨਾਂ ਨੂੰ ਸਾਂਭ ਕੇ ਰੱਖਣਾ ਇੱਥੇ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਵੀ ਉਹਨਾਂ ਸਾਰਿਆਂ ਨੂੰ ਇੱਕੋ ਹੀ ਸੁਨੇਹਾ ਕਿ ਭਰਾ, ਉਹਨਾਂ ਦੀ ਆਓ ਭਗਤ ਖਾਤਰਦਾਰੀ ਦੇ ਵਿੱਚ ਭਾਵੇਂ ਥੋੜ੍ਹਾ ਪਰਹੇਜ਼ ਕਰ ਲਈਓ, ਪਰ ਉਹਨਾਂ ਦੀ ਇੰਸ਼ੋਰੈਂਸ ਲੈਣ 'ਚ ਕਦੀ ਪਰਹੇਜ਼ ਨਾ ਕਰਿਓ ਕਿ ਅਲਟੀਮੇਟਲੀ ਇਹ ਤੁਹਾਡੇ ਉੱਤੇ ਹੀ ਭਾਰੀ ਪੈਣੀ ਹੈ ਜੀ। ਤੇ ਫਿਰ ਤੁਹਾਨੂੰ ਇਹ ਮੁਸ਼ਕਲ ਦਾ ਸਾਹਮਣਾ ਤੁਹਾਨੂੰ ਕਰਨਾ ਪੈਣਾ। ਇਹ 200-400-500 ਡਾਲਰ ਮੈਂ ਸਮਝਦਾ ਕਿ ਕੈਨੇਡੀਅਨਸ ਜਿਹੜੇ ਆ ਉਹ ਖਾ ਪੀ ਕੇ ਖਰਚ ਕਰ ਜਾਂਦੇ, ਕੋਈ ਸੋਚਦੇ ਵੀ ਨਹੀਂ ਖਰਚਣ ਲੱਗੇ। ਕੀਤਾ ਜਾ ਸਕਦਾ, ਈਜ਼ੀਲੀ ਅਫੋਰਡ ਕੀਤਾ ਜਾ ਸਕਦਾ, ਪਰ ਜੇ ਅਸੀਂ ਉਹਦੀ ਅਹਿਮੀਅਤ ਸਮਝਾਂਗੇ ਤਾਂ। ਬਿਲਕੁਲ। ਇਹੀ ਮੇਰਾ ਸੁਨੇਹਾ ਜੀ। ਫੋਨ ਨੰਬਰ ਦੇ ਦਿਓ ਜੀ ਇੱਕ ਵਾਰੀ। ਮੇਰਾ ਫੋਨ ਨੰਬਰ ਹੈ ਜੀ 780-266-6161 7802666161। ਸਾਡਾ ਪੰਜਾਬ ਇੰਸ਼ੋਰੈਂਸ ਦਾ ਐਡਰੈਸ ਹੈ 913034 A ਐਵੀਨਿਊ ਨਾਰਥ ਵੈਸਟ ਐਡਮਿੰਟਨ ਅਲਬਰਟਾ। ਤੇ ਬਾਬਾ ਜੀ ਹੁਣ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਜੀ, ਬ੍ਰੇਕ ਲੈਣੇ। ਉਸ ਤੋਂ ਬਾਅਦ ਸੁਪਰਵਿਜ਼ਨ ਨਾਲ ਰਿਲੇਟਡ ਹੋਰ ਵੀ ਕੁਝ ਜਾਣਕਾਰੀਆਂ ਤੁਹਾਡੇ ਕੋਲੋਂ ਲੈਣੀਆਂ ਅਸੀਂ, ਤੇ ਜਲਦ ਹਾਜ਼ਰ ਹੁੰਦੇ ਹਾਂ ਜੀ। ਤੁਸੀਂ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡਾਇਰੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਸਾਡੀ ਗੱਲਬਾਤ ਚੱਲ ਰਹੀ ਹੈ ਸਰਦਾਰ ਜਸਜੀਤ ਸਿੰਘ ਬਾਵਾ ਜੀ, ਜਿਹੜੇ ਕਿ ਪੰਜਾਬ ਇੰਸ਼ੋਰੈਂਸ ਐਡਮਿੰਟਨ ਦੇ ਸੀਨੀਅਰ ਮੈਨੇਜਰ ਨੇ। ਬਾਬਾ ਜੀ ਮੁੜ ਸਵਾਗਤ ਹੈ ਜੀ। ਜੀ ਮਨਜੀਤ ਜੀ। ਬਾਬਾ ਜੀ, ਆਪਾਂ ਜ਼ਿਕਰ ਕੀਤਾ ਕਿ ਜਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਆ ਇਹ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਲਈ ਬਹੁਤ ਜ਼ਰੂਰੀ ਆ ਜੀ, ਤੇ ਉਹਨਾਂ ਨੂੰ ਘੱਟੋ ਘੱਟ ਸਾਲ ਦੀ ਤੇ ਘੱਟੋ ਘੱਟ 1 ਲੱਖ ਡਾਲਰ ਦੀ ਜਿਹੜੀ ਆ ਉਹ ਕਵਰੇਜ ਲੈਣੀ ਜ਼ਰੂਰੀ ਹੈ।
ਇਹ ਮੈਂਡੇਟਰੀ ਆ, ਮੈਂਡੇਟਰੀ ਆ, ਗਵਰਨਮੈਂਟ ਦਾ ਕਾਨੂੰਨ ਆ ਕਹਿ ਲਓ ਜੀ। ਹੁਣ ਇਹ ਦੱਸੋ ਕਿ ਜਿਹੜੀ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਆ ਉਹਦਾ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਫਰਕ ਕੀ ਆ? ਜੀ, ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਆਪ ਹੀ ਦੱਸਿਆ ਕਿ ਸੁਪਰ ਵੀਜ਼ਾ ਇੰਸ਼ੋਰੈਂਸ ਜਿਹੜੀ ਆ ਇਹ 1 ਸਾਲ ਵਾਸਤੇ ਤੇ $1 ਲੱਖ ਦੀ ਮੈਂਡੇਟਰੀ ਆ ਜੀ। ਵਿਜ਼ਟਰ ਵੀਜ਼ਾ ਇੰਸ਼ੋਰੈਂਸ ਜਿਹੜੀ ਆ ਉਹ ਤੁਹਾਡੀ ਮਰਜ਼ੀ ਤੇ ਆ, ਚਾਹੇ ਤੁਸੀਂ $25,000 ਦੀ ਲੈ ਲਓ, 50,000 ਦੀ ਲੈ ਲਓ, ਮਹੀਨੇ ਲਈ ਲੈ ਲਓ, 2 ਮਹੀਨੇ ਲਈ ਲੈ ਲਓ, ਈਵਨ ਕਿ ਦਿਨਾਂ ਦੇ ਵਾਸਤੇ ਵੀ ਲੈ ਸਕਦੇ ਹੋ। ਜੀ। ਸਭ ਤੋਂ ਵੱਡਾ ਫਰਕ ਤਾਂ ਇਹੀ ਆ। ਉਸ ਤੋਂ ਬਾਅਦ ਫਰਕ ਇਹ ਹੈ ਕਿ ਜਿਹੜਾ ਸੁਪਰ ਵੀਜ਼ਾ ਉਹਦੇ ਵਿੱਚ ਸਾਡੇ ਕੋਲ ਪੇਮੈਂਟ ਆਪਸ਼ਨ ਹੈਗੀ ਆ ਅਪ ਫਰੰਟ ਤੇ ਜਾਂ ਮੰਥਲੀ ਪੇਮੈਂਟ। ਅੱਛਾ ਜੀ। ਜੇ ਆਪਾਂ ਵਿਜ਼ਟਰ ਵੀਜ਼ਾ ਕਰਾਉਣੇ ਤੇ ਵਿਜ਼ਟਰ ਵੀਜ਼ੇ ਦੇ ਵਿੱਚ ਅਗਰ ਤੁਹਾਡੇ ਪੇਰੈਂਟਸ ਜਾਂ ਤੁਹਾਡੇ ਗੈਸਟ 6 ਮਹੀਨੇ ਲਈ ਆ ਰਹੇ ਨੇ ਤਾਂ ਆਪਾਂ ਉਹਨਾਂ ਨੂੰ ਵੀ ਦੇ ਸਕਦੇ ਹਾਂ ਮੰਥਲੀ ਪਲਾਨ। ਇਹ ਜਿਹੜਾ ਕਿ ਇਹ ਪਹਿਲਾਂ ਨਹੀਂ ਸੀ, ਇਹ ਹਜੇ ਹੁਣੇ ਰੀਸੈਂਟਲੀ ਇਹ ਆਪਸ਼ਨ ਸਟਾਰਟ ਹੋਈ ਹੈ ਜੀ। ਔਰ ਇਹ ਬੜੀ ਵੱਡੀ ਸਹੂਲਤ ਆ। ਇਹ ਖਾਸ ਕਰਕੇ ਉੱਥੇ ਜ਼ਿਆਦਾ ਕੰਮ ਕਰਦੀ ਹੈ ਜਿੱਥੇ ਸੁਪਰ ਵੀਜ਼ਾ ਇੰਸ਼ੋਰੈਂਸ ਜਿਹੜੀ ਹੈ ਬਹੁਤ ਐਕਸਪੈਂਸਿਵ ਹੋ ਜਾਂਦੀ ਆ। ਐਕਸਪੈਂਸਿਵ ਤੋਂ ਭਾਵ ਇਹ ਹੈ ਕਿ ਅਗਰ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੀ ਏਜ ਜ਼ਿਆਦਾ, ਹੈਲਥ ਇਸ਼ੂਜ਼ ਨੇ, ਉੱਥੇ ਜਦੋਂ 3-3 4-4 ਹਜ਼ਾਰ ਡਾਲਰ ਮਹੀਨੇ ਦੀ ਇੰਸ਼ੋਰੈਂਸ ਬਣਦੀ ਆ, ਉਸ ਵੇਲੇ ਫਿਰ ਜਿਹੜੇ ਕੁਝ ਅਫੋਰਡ ਕਰ ਸਕਦੇ, ਸਾਰੇ ਬੰਦੇ ਨਹੀਂ ਅਫੋਰਡ ਕਰ ਸਕਦੇ ਜੀ। ਸੋ ਉਹਨਾਂ ਲਈ ਇੱਕ ਸਹੂਲਤ ਬਣਾਈ ਹੈ ਕੰਪਨੀਆਂ ਨੇ ਕਿ ਆਪਾਂ ਇਹਨੂੰ ਮੰਥਲੀ ਪਲਾਨ ਵੀ ਕਰ ਸਕਦੇ ਹਾਂ। ਠੀਕ ਹੈ। ਤੇ ਤੁਸੀਂ ਜ਼ਿਕਰ ਕੀਤਾ ਵੀ ਕਈ ਵਾਰੀ ਤੁਹਾਡੀ ਹੈਲਥ ਕੰਡੀਸ਼ਨਸ ਡਿਫਰੈਂਟ ਹੋ ਸਕਦੀਆਂ ਨੇ ਜੀ, ਪਰ ਮੇਰਾ ਸਵਾਲ ਇਹ ਆ ਕਿ ਜੇ ਹੈਲਥ ਕੰਡੀਸ਼ਨ ਡਿਫਰੈਂਟ ਹੋਣਗੇ ਫਿਰ ਪਲਾਨ ਵੀ ਡਿਫਰੈਂਟ ਹੋਣਗੇ ਜੀ। ਤੇ ਉਹ ਕਿਹੜੇ ਪਲਾਨ ਨੇ ਔਰ ਕਿੰਨਾ ਕੁ ਫਰਕ ਪੈ ਸਕਦਾ? ਬਿਲਕੁਲ ਜੀ, ਇਹ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਔਰ ਇਹ ਗੱਲ ਸਹੀ ਹੈ ਕਿ ਜਿਹੜੇ ਪ੍ਰਾਈਸਿਸ ਨੇ ਉਹ 3 ਚੀਜ਼ਾਂ ਤੇ ਡਿਪੈਂਡ ਕਰਦੀਆਂ ਨੇ ਜੀ। ਅੱਛਾ ਜੀ। ਨੰਬਰ 1 ਏਜ ਆਫ ਦਾ ਕਲਾਇੰਟ, ਨੰਬਰ 2 ਹੈਲਥ ਆਫ ਦਾ ਕਲਾਇੰਟ, ਨੰਬਰ 3 ਡਿਡਕਟੇਬਲ ਆਫ ਦਾ ਪਲਾਨ। ਜੀ। ਇਹ ਤਿੰਨੇ ਚੀਜ਼ਾਂ ਦੇ ਉੱਤੇ ਆਪਣੀ ਪ੍ਰਾਈਸ ਟਿਕੀ ਹੋਈ ਆ। ਨੰਬਰ 1 ਏਜ। ਏਜ ਦੇ ਵਿੱਚ ਤਾਂ ਇਹ ਹੈ ਕਿ ਵੀ ਜਿੰਨੀ ਏਜ ਵਧੀ ਜਾਣੀ ਉਹਨਾਂ ਇਹਦਾ ਪਲਾਨ ਵਧੀ ਜਾਣਾ ਜੀ। ਦੂਜੀ ਗੱਲ ਹੈਲਥ। ਹੈਲਥ ਦੇ ਵਿੱਚ 2 ਸੈਗਮੈਂਟ ਨੇ, ਇੱਕ ਹੈਗੀ ਇਹ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ, ਇੱਕ ਹੈਗੀ ਨਾਨ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ। ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਪਿੱਛੇ ਤੁਹਾਨੂੰ ਕੋਈ ਵੀ ਬੈਕ ਹੋਮ ਕੋਈ ਪ੍ਰੋਬਲਮ ਹੈਗੀ ਆ, ਉਹ ਇੱਥੇ ਕਵਰ ਹੋਊਗੀ ਬਸ਼ਰਤੇ ਕਿ ਤੁਸੀਂ 140 ਜਾਂ 180 ਡੇਜ਼ ਤੋਂ ਤੁਸੀਂ ਸਟੇਬਲ ਹੋ। ਤੁਹਾਡੀ ਉਹ ਪ੍ਰੋਬਲਮ ਸਟੇਬਲ ਆ, ਕੋਈ ਮੈਡੀਕੇਸ਼ਨ ਦੇ ਵਿੱਚ ਚੇਂਜ ਨਹੀਂ ਹੋਈ, ਕੋਈ ਡਾਕਟਰਾਂ ਨੇ ਤੁਹਾਨੂੰ ਕੋਈ ਫੋਲੋ ਅਪ ਜਾਂ ਤੁਹਾਨੂੰ ਕੋਈ ਹੋਰ ਇਹੋ ਜਿਹਾ ਹਿੰਟ ਨਹੀਂ ਦਿੱਤਾ ਕਵਰ ਕਰਨ ਲਈ। ਪ੍ਰੀ ਐਗਜ਼ਿਸਟਿੰਗ ਕਵਰੇਜ ਦਾ ਮਤਲਬ ਇਹ ਆ ਕਿ ਜੇ ਅਗਰ ਤੁਸੀਂ ਪ੍ਰੀ ਐਗਜ਼ਿਸਟਿੰਗ ਕਵਰੇਜ ਲੈ ਲਈ ਆ ਜੀ ਔਰ ਰੱਬ ਨਾ ਕਰੇ ਕੈਨੇਡਾ ਆ ਕੇ ਆਪਾਂ ਨੂੰ ਉਹਦੇ ਵਿੱਚ ਉਸ ਤਰ੍ਹਾਂ ਦੀ ਜਾਂ ਕੋਈ ਵੀ ਪ੍ਰੋਬਲਮ ਇੱਥੇ ਆ ਕੇ ਕੋਈ ਅਰਾਈਜ਼ ਹੋ ਜਾਂਦੀ ਆ, ਆਪਾਂ ਨੂੰ ਹਸਪੀਟਲਾਈਜ਼ ਹੋਣਾ ਪੈ ਜਾਂਦਾ ਆਪਣੇ ਗੈਸਟ ਨੂੰ, ਤੇ ਉਹ ਪ੍ਰੋਬਲਮ ਜਿਹੜੀ ਆ ਤੁਹਾਡੀ ਇੱਥੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੇ ਵਿੱਚ ਕਵਰ ਕੀਤੀ ਜਾਊਗੀ, ਤੁਸੀਂ ਕਲੇਮ ਵਾਸਤੇ ਐਲੀਜੀਬਲ ਹੋਵੋਗੇ। ਜੀ ਬਾਬਾ ਜੀ, ਇੱਕ ਲੇਮੈਨ ਦਾ ਇੱਕ ਹੋਰ ਬੜਾ ਸਵਾਲ ਹੈ ਜੀ ਕਿ ਜਦੋਂ ਤੁਸੀਂ ਅਮਾਊਂਟ ਡਿਸਾਈਡ ਕਰਦੇ ਜੇ, ਜਿਵੇਂ ਤੁਸੀਂ ਕਿਹਾ ਵੀ 25,000 ਦੀ ਵੀ ਲੈ ਸਕਦੇ ਜੇ, 50,000 ਦੀ ਤਾਂ ਲੱਖ ਦੀ ਵੀ ਲੈ ਸਕਦੇ, ਤੇ ਕੁਝ ਕੇਸ 'ਚ 1.5 ਲੱਖ ਦੀ ਵੀ। ਇਸੇ ਤਰ੍ਹਾਂ ਤੁਸੀਂ ਡਿਡਕਟੇਬਲ ਦਾ ਜ਼ਿਕਰ ਕੀਤਾ। ਮੈਂ ਚਾਹੂੰਗਾ ਕਿ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਡਿਡਕਟੇਬਲ ਆਈਡੀਅਲ ਕਿਹੜਾ ਵਾ ਤੇ ਕਿੰਨੀ ਕੁ ਆਈਡੀਅਲ ਜਿਹੜੀ ਆ ਉਹ ਕਵਰੇਜ ਲੈਣੀ ਚਾਹੀਦੀ ਹੈ? ਬਹੁਤ ਇੰਪੋਰਟੈਂਟ ਸਵਾਲ ਹੈ ਜੀ ਇਹ ਵੀ, ਜਿਹੜਾ ਕਿ ਅਕਸਰ ਲੋਕਾਂ ਨੂੰ ਨਹੀਂ ਪਤਾ ਇਹਦੇ ਬਾਰੇ, ਕਨਫਿਊਜ਼ਨ ਹੋ ਜਾਂਦੀ ਹੈ। ਇਹ ਕਨਫਿਊਜ਼ਨ ਹੋ ਜਾਂਦੀ ਆ। $0 ਡਿਡਕਟੇਬਲ ਵੀ ਹੈਗਾ, ਜੀ 250 ਵੀ ਹੈਗਾ, 500 ਵੀ ਹੈਗਾ, 1000 ਆ, ਈਵਨ ਕਿ ਕਈ ਕੰਪਨੀਆਂ ਦਾ 5000 10000 ਵੀ ਆ ਡਿਡਕਟੇਬਲ। ਜੀ ਪਹਿਲਾਂ ਤਾਂ ਗੱਲ ਮੈਂ ਇਹ ਦੱਸਣੀ ਚਾਹਾਂਗਾ ਕਿ ਇਹ ਮਤਲਬ ਕੀ ਹੈ ਇਹਦਾ। ਜੀ ਬਹੁਤੇ ਲੋਕਾਂ ਨੂੰ ਤਾਂ ਡਿਡਕਟੇਬਲ ਦਾ ਮਤਲਬ ਹੀ ਨਹੀਂ ਪਤਾ ਡਿਡਕਟੇਬਲ ਦਾ ਮਤਲਬ ਕੀ ਹੁੰਦਾ। ਇਹਦਾ ਮਤਲਬ ਇਹ ਕਿ ਜੇ ਤੁਸੀਂ $500 ਦਾ ਡਿਡਕਟੇਬਲ ਚੂਜ਼ ਕਰ ਲਿਆ ਤੇ ਤੁਹਾਡਾ ਕੋਈ ਪੇਸ਼ੈਂਟ ਜਿਹੜਾ ਹਸਪੀਟਲਾਈਜ਼ ਹੋ ਗਿਆ, ਹਸਪੀਟਲ ਦਾ ਖਰਚਾ ਜਿਹੜਾ ਪਹਿਲਾ $500 ਤੁਸੀਂ ਪੇ ਕਰਨਾ। ਬਿਲਕੁਲ। ਜਾਂ ਇਹ ਗੱਲ ਕਿ ਤੁਹਾਨੂੰ $500 ਤੱਕ ਕਲੇਮ ਨਹੀਂ ਮਿਲਣਾ। ਉਸ ਤੋਂ ਉੱਪਰ ਜਿੰਨੀ ਤੁਹਾਡੀ ਹੈਸੀਅਤ ਆ, ਜਿੰਨੀ ਤੁਹਾਡੀ ਲਿਮਿਟ ਆ ਪਾਕਟ ਦੀ, ਉਹਦੇ ਮੁਤਾਬਕ ਤੁਸੀਂ ਉਹ ਡਿਡਕਟੇਬਲ ਚੂਜ਼ ਕਰ ਸਕਦੇ ਹੋ। ਹੁਣ ਡਿਡਕਟੇਬਲ ਚੂਜ਼ ਆਪਾਂ ਕਰ ਲਿਆ, ਪਰ ਗੱਲ ਇਹ ਵੀ ਨਾਲ ਆ ਜਾਂਦੀ ਹੈ ਕਿ ਜੇ ਅਗਰ ਆਪਾਂ ਕੋਈ ਛੋਟੇ-ਮੋਟੇ ਕਲੇਮ ਵਾਸਤੇ ਅਗਰ ਆਪਾਂ ਐਪਲੀਕੇਸ਼ਨ ਦੇ ਦਿੱਤੀ, ਕਲੇਮ ਓਪਨ ਕਰ ਲਿਆ, ਉਹਦੇ 2 ਨੁਕਸਾਨ ਨੇ। ਇੱਕ ਤਾਂ ਇਹ ਹੈ ਜੀ ਕਿ ਤੁਹਾਨੂੰ ਇੱਕ ਬਿਮਾਰੀ ਦਾ ਇੱਕ ਵਾਰੀ ਹੀ ਕਲੇਮ ਮਿਲਦਾ। ਅੱਛਾ ਜੀ। ਹਾਂਜੀ। ਦੂਸਰੀ ਚੀਜ਼ ਇਹ ਹੈ ਕਿ ਅਗਰ ਤੁਸੀਂ ਕਲੇਮ ਲੈ ਲਿਆ, ਮੰਨ ਲਓ ਮਾਈਨਰ ਜੀ ਪ੍ਰੋਬਲਮ ਵਾਸਤੇ ਤੁਸੀਂ ਹਸਪੀਟਲਾਈਜ਼ ਹੋ ਗਏ, $500-700 ਦਾ ਤੁਹਾਡਾ ਕਲੇਮ ਸੀਗਾ, ਤੁਹਾਡੇ ਪੇਰੈਂਟ 2 ਮਹੀਨੇ ਬਾਅਦ 3 ਮਹੀਨੇ ਬਾਅਦ ਆ ਕੇ ਕਹਿੰਦੇ ਅਸੀਂ ਤਾਂ ਵਾਪਸ ਚੱਲੇ, ਸਾਡਾ ਦਿਲ ਨਹੀਂ ਲੱਗਿਆ, ਜਿਹੜਾ ਕਿ ਬਹੁਤ ਰੈਗੂਲਰਲੀ ਹੁੰਦਾ, ਨਾਰਮਲੀ ਹੈ, ਨਾਰਮਲ ਆ। ਜਿਹੜੇ ਪੇਰੈਂਟਸ ਖਾਸ ਕਰਕੇ ਪਹਿਲੀ ਵਾਰੀ ਆਉਂਦੇ ਉਹ 3-4 ਮਹੀਨੇ ਤੋਂ ਵੱਧ ਨਹੀਂ ਟਿਕਦੇ ਇੱਥੇ। ਜੇ ਬਾਈ ਚਾਂਸ ਤੁਸੀਂ ਉਹਨੂੰ ਕਿਤੇ ਸਰਦੀਆਂ 'ਚ ਸੱਦ ਲਿਆ ਤਾਂ ਫਿਰ ਤਾਂ ਸ਼ਾਇਦ 2 ਮਹੀਨੇ ਬਾਅਦ ਹੀ ਚਲੇ ਜਾਣ। ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜੇ ਆਪਾਂ ਛੋਟਾ ਕਲੇਮ ਲੈ ਲਿਆ
ਤੇ ਜਿਹੜਾ ਤੁਹਾਨੂੰ ਬੈਲੈਂਸ ਮਿਲਣਾ ਸੀ ਵਾਪਸ ਉਹ ਗਵਾ ਲਿਆ ਤੁਸੀਂ। ਰਿਫੰਡ ਨਹੀਂ ਮਿਲਦਾ ਫਿਰ ਰਿਫੰਡ ਨਹੀਂ ਮਿਲਣਾ। ਅੱਛਾ ਜੀ। ਚਾਹੇ ਕਲੇਮ ਉਹ $100 ਦਾ ਸੀ, ਚਾਹੇ ਉਹ ਕਲੇਮ 1000 ਦਾ ਸੀ ਜਾਂ ਕੁਝ ਵੀ ਅਮਾਊਂਟ ਸੀ, ਤੁਹਾਡਾ ਅਗਰ ਕਲੇਮ ਓਪਨ ਹੋ ਗਿਆ ਦੈਨ ਯੂ ਆਰ ਨਾਟ ਐਲੀਜੀਬਲ ਫॉर ਦਾ ਰਿਫੰਡ। ਅੱਛਾ ਜੀ। ਤੇ ਮੈਨੂੰ ਲੱਗਦਾ ਅਗਰ ਇਸੇ ਤਰ੍ਹਾਂ ਜੇ ਮੰਨ ਲਓ ਵੀ ਤੁਹਾਡੀ ਪਾਲਿਸੀ ਖਤਮ ਹੋਣ ਵਾਲੀ ਆ ਤੇ ਰਿਨਿਊਅਲ 'ਚ ਵੀ ਪ੍ਰੋਬਲਮ ਆ ਸਕਦੀ ਹੈ ਜੀ। ਰਿਨਿਊਅਲ 'ਚ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਕਲੇਮ ਵਾਸਤੇ, ਕੋਈ ਗੱਲ ਨਹੀਂ ਹੁੰਦੀ। ਪਰ ਜੇ ਜੈਨੂਨ ਕਲੇਮ ਆ ਤਾਂ ਹੈਗਾ ਹੀ ਹੈ ਜੀ। ਪਰ ਕਲੇਮ ਦੇ ਵਾਸਤੇ ਕੋਈ ਕੰਪਨੀਆਂ ਇਹ ਨਹੀਂ ਕਹਿੰਦੀਆਂ ਤੁਹਾਨੂੰ ਕਿ ਤੁਹਾਨੂੰ ਦੁਬਾਰਾ ਪਾਲਿਸੀ ਨਹੀਂ ਮਿਲਣੀ, ਜੀ ਮਿਲ ਜਾਂਦੀ ਹੈ। ਕਈ ਵਾਰੀ ਇਹ ਹੋ ਸਕਦਾ ਕਿ ਕੋਈ ਪਰ ਉਹਦੇ ਵਿੱਚ ਕੀ ਹੈ ਹੁਣ ਉਹ ਗੱਲ ਫਿਰ ਇੱਥੇ ਆ ਜਾਣੀ ਹੈ। ਜੀ ਮੰਨ ਲਓ ਆਪਣਾ ਮਹੀਨਾ ਪਹਿਲਾਂ ਜਾਂ 2 ਮਹੀਨੇ ਪਹਿਲਾਂ ਆਪਾਂ ਕੋਈ ਕਲੇਮ ਲੈ ਲਿਆ, ਠੀਕ ਹੈ ਜੀ। ਆਪਾਂ ਉਸ ਵੇਲੇ ਨੌਨ ਪ੍ਰੀ ਐਗਜ਼ਿਸਟਿੰਗ ਜੀ ਸੀਗੇ ਸੇਜ਼। ਹੁਣ 2 ਮਹੀਨੇ ਪਹਿਲਾਂ ਤੁਸੀਂ ਕਲੇਮ ਲੈ ਲਿਆ, ਤੁਹਾਡੀ ਉਹ ਸਟੇਬਿਲਿਟੀ ਪੀਰੀਅਡ ਤਾਂ ਖਤਮ ਹੋ ਗਿਆ। ਮੋਰਓਵਰ ਹੁਣ ਉਹ ਤੁਹਾਡੀ ਪ੍ਰੀ ਐਗਜ਼ਿਸਟਿੰਗ ਹੋ ਗਈ। ਮੋਰਓਵਰ ਤੁਹਾਡੀ ਪ੍ਰੀ ਐਗਜ਼ਿਸਟਿੰਗ ਹੋ ਗਈ। ਇੱਕ ਤਾਂ ਤੁਹਾਨੂੰ ਅਗਲਾ ਜਿਹੜੀ ਰਿਨਿਊਅਲ ਮਿਲਣੀ ਆ ਉਹ ਪ੍ਰੀ ਐਗਜ਼ਿਸਟਿੰਗ ਦੇ ਨਾਲ ਮਿਲਣੀ ਆ, ਪਲੱਸ ਤੁਹਾਨੂੰ 120 ਦਿਨ ਜਾਂ 140 ਦਿਨ ਵੇਟ ਕਰਨੀ ਪੈਣੀ ਆ। ਜਿੰਨਾ ਵੀ ਉਹ ਕੰਪਨੀ ਟੂ ਕੰਪਨੀ ਹੁੰਦਾ, ਕਿਸੇ ਦਾ 120 ਕਿਸੇ ਦਾ 180 ਆ ਜੀ, ਤੇ ਉੱਤੇ 4 ਮਹੀਨੇ ਆ ਜਾਂ 6 ਮਹੀਨੇ ਆ। ਉਹ ਤੁਹਾਨੂੰ ਉਹ ਸਟੇਬਿਲਿਟੀ ਪੀਰੀਅਡ ਨੂੰ ਪਹਿਲਾਂ ਕਵਰ ਕਰਨਾ ਪੈਣਾ ਜੀ। ਜਾਂ ਕਈਆਂ ਕੇਸਾਂ ਦੇ ਵਿੱਚ ਇਹ ਵੀ ਹੋ ਜਾਂਦਾ ਕਿ ਤੁਹਾਨੂੰ ਉਹ ਐਕਸਕਲੂਜਨ ਮਿਲ ਜਾਂਦੀ ਆ ਉਸ ਪ੍ਰੋਬਲਮ ਦੀ। ਮੰਨ ਲਓ ਮੈਨੂੰ ਹਾਰਟ ਪ੍ਰੋਬਲਮ ਹੋਈ ਸੀ, ਉਹ ਕੰਪਨੀ ਨੇ ਕਹਿਣਾ ਵੀ ਹਾਰਟ ਪ੍ਰੋਬਲਮ ਤੁਹਾਨੂੰ ਕਵਰ ਨਹੀਂ ਹੋਏਗੀ, ਠੀਕ ਹੈ ਜੀ, ਪਰ ਤੁਸੀਂ ਬਾਕੀ ਇੰਸ਼ੋਰੈਂਸ ਲੈ ਸਕਦੇ ਹੋ। ਸੋ ਇਦਾਂ ਦੇ ਸਿਨੈਰੀਓਜ਼ ਵੀ ਆ ਜਾਂਦੇ ਨੇ। ਇਹ ਤਾਂ ਗੱਲ ਹੋ ਗਈ ਬਾਬਾ ਜੀ ਡਿਡਕਟੇਬਲ ਦੀ। ਹੁਣ ਮੈਂ ਗੱਲ ਕਰ ਰਿਹਾ ਸੀਗਾ ਵੀ ਕਵਰੇਜ ਕਿੰਨੀ ਕੁ ਲੈਣੀ ਚਾਹੀਦੀ ਹੈ। ਕਵਰੇਜ ਤਾਂ ਤੁਹਾਨੂੰ ਦੇਖੋ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਜੀ ਭਾਜੀ 4000 ਤੋਂ ਲੈ ਕੇ 5000 ਤੱਕ ਐਵਰੀ ਡੇ ਦਾ ਖਰਚਾ। ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਪ੍ਰੋਟੈਕਟ ਕਰਨਾ ਚਾਹੁੰਦੇ ਹੋ। ਮੈਂ ਤਾਂ ਕਹਾਂਗਾ ਵੀ ਇਹ ਤਾਂ ਵੱਧ ਤੋਂ ਵੱਧ ਜਿੰਨੀ ਕਵਰੇਜ ਹੋ ਸਕੇ ਉਨੀ ਲੈਣੀ ਚਾਹੀਦੀ ਆ, ਕਿਉਂਕਿ ਬਿਮਾਰੀ ਨੇ ਦੱਸ ਕੇ ਨਹੀਂ ਆਉਣਾ ਆਪਾਂ ਨੂੰ, ਬਿਲਕੁਲ ਦੁੱਖ ਨੇ ਦੱਸ ਕੇ ਨਹੀਂ ਆਉਣਾ। ਬੰਦਾ ਤੁਰਿਆ ਜਾਂਦਾ, ਚੰਗਾ ਭਲਾ ਤੁਰਿਆ ਜਾਂਦਾ, ਠੇਡਾ ਲੱਗਿਆ ਡਿੱਗ ਪਿਆ। ਜਿਸ ਆਈਸ ਦੇ ਵਿੱਚ ਕਿਤੇ ਵਿੰਟਰ ਦੇ ਵਿੱਚ ਖਾਸ ਕਰਕੇ, ਹੁਣ ਆਪਾਂ ਵਿੰਟਰ ਵੱਲ ਨੂੰ ਪੈਰ ਰੱਖਣ ਜਾ ਰਹੇ ਹਾਂ ਜੀ, ਰਾਈਟ। ਔਰ ਇਹ ਟਾਈਮ ਇਸ ਵੇਲੇ ਐਸਾ, ਮੈਂ ਬਾਰ-ਬਾਰ ਮੈਂ ਹੁਣ ਇਸੇ ਕਰਕੇ ਅੱਜ ਮੈਂ ਇਹ ਮਤਲਬ ਇਹ ਤਾਂ ਚੂਜ਼ ਕਰਕੇ ਆਇਆ ਇਹ ਜਿਹੜਾ ਆਪਣਾ ਮੈਸੇਜ ਜਿਹੜਾ, ਕਿਉਂਕਿ ਵਿੰਟਰ ਦੇ ਵਿੱਚ ਬਹੁਤ ਸਾਰੀਆਂ ਸੱਟ ਚੋਟ ਲੱਗਣ ਦੇ ਚਾਂਸਸ ਵੱਧ ਜਾਂਦੇ ਨੇ। ਬਿਲਕੁਲ। ਜਿਹੜੇ ਪੇਰੈਂਟਸ ਗੈਸਟ ਖਾਸ ਕਰਕੇ ਹੁਣ ਆ ਰਹੇ ਨੇ ਔਰ ਉਹਨਾਂ ਨੇ 2-4-6 ਮਹੀਨੇ ਇੱਥੇ ਰਹਿਣਾ, ਉਹਨਾਂ ਨੂੰ ਬਹੁਤੇ ਲੋਕਾਂ ਨੂੰ ਸਾਡਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਵਿੰਟਰ ਦੇ ਵਿੱਚ ਕਿਵੇਂ ਚੱਲਣਾ ਫਿਰਨਾ, ਪੈਰ ਰੱਖਣ ਦਾ ਹੀ ਨਹੀਂ ਪਤਾ ਹੁੰਦਾ, ਸਨੋ ਦੇ ਆਈਸ ਦੇ ਉੱਤੇ ਪੈਰ ਕਿਵੇਂ ਰੱਖਣਾ। ਬਿਲਕੁਲ। ਔਰ ਉਸ ਜੇ ਕੇਸ ਦੇ ਵਿੱਚ ਸੱਟ ਚੋਟ ਲੱਗਣ ਦੇ ਚਾਂਸਸ ਬਹੁਤ ਵੱਧ ਜਾਂਦੇ ਨੇ। ਔਰ ਆਪਾਂ ਨੂੰ ਉਹਨਾਂ ਨੂੰ ਪ੍ਰੀਕਾਸ਼ਨਸ ਲੈਣ ਵਾਸਤੇ ਹੀ ਕਹਿ ਲਓ ਕਿ ਵੀ ਆਪਣੇ ਕੋਲ ਸੇਫਟੀ ਜ਼ਰੂਰ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਤੇ ਬਾਬਾ ਜੀ ਮੇਰਾ ਅਗਲਾ ਸਵਾਲ ਜਿਹੜਾ ਇਹ ਆ ਕਿ ਜਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਗੱਲ ਕੀਤੀ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ, ਇਹਨਾਂ ਨੂੰ ਐਮਰਜੈਂਸੀ ਇੰਸ਼ੋਰੈਂਸ ਕਿਹਾ ਜਾਂਦਾ ਜੀ, ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਜੀ। ਸੋ ਟਰਮ ਜਿਹੜੀ ਐਮਰਜੈਂਸੀ ਉਹਦਾ ਐਗਜ਼ੈਕਟਲੀ ਮੀਨਿੰਗ ਕੀ ਹੈਗਾ ਤੇ ਕਿਹੜੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਕਵਰ ਹੁੰਦੀਆਂ ਨੇ ਇਹਦੇ ਵਿੱਚ? ਦੇਖੋ ਜੀ, ਐਮਰਜੈਂਸੀ ਦਾ ਮਤਲਬ ਤਾਂ ਐਮਰਜੈਂਸੀ ਹੀ ਹੈ, ਸਿੰਪਲ ਵਰਡ ਦੇ ਵਿੱਚ ਮੈਂ ਜੇਕਰ ਤੁਹਾਨੂੰ ਡਿਫਾਈਨ ਕਰਾਂ ਤਾਂ। ਹੁਣ ਐਮਰਜੈਂਸੀ ਕਿੱਥੇ ਆ ਸਕਦੀ ਆ? ਐਮਰਜੈਂਸੀ ਆਪਣੇ ਘਰ ਦੀ ਦਹਲੀਜ਼ ਦੇ ਬਾਹਰ ਵੀ ਆ ਸਕਦੀ, ਘਰ ਦੀ ਦਹਲੀਜ਼ ਦੇ ਅੰਦਰ ਵੀ ਆ ਸਕਦੀ। ਪੌੜੀਆਂ ਤੋਂ ਡਿੱਗ ਗਏ ਤਾਂ ਵੀ ਐਮਰਜੈਂਸੀ ਹੈ, ਸੱਟ ਚੋਟ ਲੱਗ ਗਈ ਤਾਂ ਵੀ ਐਮਰਜੈਂਸੀ ਹੈ। ਦਾੜ ਦੇ ਵਿੱਚ ਐਮਰਜੈਂਸੀ ਦਰਦ ਹੋ ਗਈ, ਤੁਹਾਨੂੰ ਪਤਾ ਦਾੜ ਦੀ ਦਰਦ ਜਾਨ ਕੱਢ ਦਿੰਦੀ ਬੰਦੇ ਦੀ ਇੱਕ ਵਾਰੀ, ਬਿਲਕੁਲ, ਉਹ ਉਸ ਵੇਲੇ ਉਹ ਵੀ ਐਮਰਜੈਂਸੀ ਹੈ। ਚੀਜ਼ ਇਹ ਹੈ ਕਿ ਐਮਰਜੈਂਸੀ ਦਾ ਤੇ ਦੂਜੀ ਦਾ ਇੱਕੋ ਹੀ ਫਰਕ ਹੈ ਕਿ ਤੁਸੀਂ ਐਮਰਜੈਂਸੀ ਦੇ ਵਿੱਚ ਹਸਪੀਟਲ ਜਾਣਾ, ਤੁਸੀਂ ਉਸ ਵੇਲੇ ਡਾਕਟਰ ਦੇ ਕੋਲ ਆਪਣੇ ਵਾਕ ਇਨ ਕਲੀਨਿਕ ਕੋਲ ਜਾਓਗੇ, ਉਹ ਵੀ ਅੱਗੇ ਟੈਸਟ ਲਿਖ ਕੇ ਦੇਣਗੇ, ਤੁਹਾਨੂੰ ਹੋਰ ਟਾਈਮ ਵੀ ਖਰਾਬ ਹੋਏਗਾ ਤੇ ਉਹ ਜ਼ਿਆਦਾ ਟਾਈਮ ਲੱਗੇਗਾ ਰਾਦਰ ਜੀ। ਇਸ ਕਰਕੇ ਮੇਰੀ ਸੁਜੈਸ਼ਨ ਇਹੀ ਹੁੰਦੀ ਹੈ ਹਰ ਕਲਾਇੰਟ ਨੂੰ ਕਿ ਅਗਰ ਤੁਹਾਨੂੰ ਕੋਈ ਐਮਰਜੈਂਸੀ ਆਉਂਦੀ ਆ, ਦੁੱਖ ਤਕਲੀਫ ਆਉਂਦੀ ਹੈ, ਰਾਈਟ ਵੇ ਰਸ਼ ਟੂ ਦੀ ਹਸਪੀਟਲ ਜੀ, ਮੇਨ ਹਸਪੀਟਲ, ਜਿੱਥੇ ਤੁਹਾਡੇ ਸਾਰੇ ਟੈਸਟ ਵੀ ਹੋਣਗੇ, ਤੁਹਾਨੂੰ ਕਲੈਰਿਟੀ ਮਿਲ ਸਕਦੀ ਹੈ। ਹੁਣ ਚੀਜ਼ ਇਹ ਆ ਕਿ ਐਮਰਜੈਂਸੀ ਦੇ ਵਿੱਚ ਆਪਾਂ ਨੂੰ ਕਵਰ ਕੀ ਕੁਛ ਹੁੰਦਾ। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਹੈ ਜੀ, ਉਹ ਹੈਗੀ ਆ ਐਮਰਜੈਂਸੀ ਡੈਂਟਲ। ਸੱਟ ਚੋਟ ਲੱਗ ਗਈ, ਕਿਤੇ ਬੰਦਾ ਡਿੱਗ ਪੈਂਦਾ, ਕੋਈ ਸੱਟ ਚੋਟ ਲੱਗ ਜਾਂਦੀ, ਦੰਦ ਜਬਾੜਾ ਹਿੱਲ ਜਾਂਦਾ ਜਾਂ ਦੰਦਾਂ ਦਾ ਕੋਈ ਮਤਲਬ ਕੋਈ ਵੀ ਪ੍ਰੋਬਲਮ ਖੜੀ ਹੋ ਜਾਂਦੀ ਦੰਦਾਂ ਦੀ, ਤਾਂ ਉਹਦੇ ਲਈ ਤੁਹਾਨੂੰ $4000 ਤੱਕ ਦੀ ਤੁਹਾਡੇ ਕੋਲ ਅਲੱਗ ਕਵਰੇਜ ਆ, ਅਪ ਟੂ $4000 ਜੀ। ਰੀਪੈਟਰੀਏਸ਼ਨ ਆਫ ਰਿਮੇਨਸ, ਕਿਸੇ ਕਾਰਨ ਆਪਣੀ ਇੱਥੇ ਕਿਸੇ ਗੈਸਟ ਦੀ ਡੈਥ ਹੋ ਜਾਂਦੀ ਆ ਤੇ ਵਾਪਸ ਉਹਨਾਂ ਨੂੰ ਲਿਜਾਣ ਲਈ ਉਹਦਾ ਇਹਨਾਂ ਨੂੰ $16000 ਤੱਕ ਦਾ ਉਹ ਮਿਲਦਾ ਜੀ, ਡੈਡ ਬੋਡੀ ਨੂੰ ਵਾਪਸ। ਹਾਂਜੀ ਜੀ। ਕ੍ਰੀਮੇਸ਼ਨ ਕਰਨਾ ਇੱਥੇ ਕਰ ਸਕਦੇ ਹੋ,
ਉਹਦਾ $4000 ਤੱਕ ਦਾ ਕਲੇਮ ਆਪਾਂ ਨੂੰ ਮਿਲਦਾ। ਠੀਕ ਹੈ ਜੀ। ਕੋਈ ਆਪਾਂ ਨੂੰ ਰੱਬ ਨਾ ਕਰੇ ਚਲਦੇ ਫਿਰਦੇ ਕੋਈ ਐਕਸੀਡੈਂਟਲ ਡੈਥ ਹੋ ਜਾਂਦੀ ਆ, ਜਾਂ ਆਪਾਂ ਕਦੇ ਐਕਸੀਡੈਂਟ ਦੇ ਵਿੱਚ ਆਪਣਾ ਕੋਈ ਅੰਗ ਗਵਾ ਬੈਠਦੇ ਆ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਐਕਸੀਡੈਂਟਲ ਡੈਥ ਐਂਡ ਡਿਸਮੈਂਬਰਮੈਂਟ, ਉਹ ਚੀਜ਼ ਦੇ ਵਿੱਚ ਤੁਹਾਨੂੰ ਅਪ ਟੂ ਦੀ ਲਿਮਿਟ ਆਫ ਦਾ ਪਲਾਨ ਉਹ ਤੁਹਾਨੂੰ ਮਿਲਦਾ। ਜੇ ਤੁਹਾਡੀ 25000 ਦੀ ਆ ਜਾਂ 50000 ਦੀ ਆ ਤਾਂ 50000 ਮਿਲੂਗਾ, ਜੇ ਲੱਖ ਆ ਤਾਂ ਲੱਖ ਤੱਕ ਦਾ ਤੁਹਾਨੂੰ ਕਲੇਮ ਮਿਲੇਗਾ ਜੀ। ਤੇ ਬਾਬਾ ਜੀ, ਜਿਹੜੀ ਤੁਸੀਂ ਜ਼ਿਕਰ ਕੀਤਾ ਵੀ ਅਗਰ ਤੁਹਾਨੂੰ ਕੋਈ ਮੈਡੀਕਲ ਐਮਰਜੈਂਸੀ ਆ ਜਾਂਦੀ ਹੈ ਜੀ ਤੇ ਨੈਚੁਰਲੀ ਤੁਸੀਂ ਕਲੇਮ ਕਰੋਗੇ, ਉਹ ਕਲੇਮ ਕਰਨ ਦੀ ਵਿਧੀ ਕੀ ਆ, ਔਰ ਕੀ ਜਦੋਂ ਕਿਸੇ ਨੂੰ ਕਲੇਮ ਕਰਨਾ ਪਵੇ ਤੁਸੀਂ ਜਾਂ ਤੁਹਾਡੀ ਕੰਪਨੀ ਉਹਨੂੰ ਹੈਲਪ ਵੀ ਕਰਦੀ ਹੈ ਜੀ? ਪੂਰਾ ਮੇਰੀ ਆਪਣੇ ਪਰਸਨਲ ਮੇਰੇ ਆਫਿਸ ਨੂੰ ਹਦਾਇਤਾਂ ਨੇ ਕਿ ਕੋਈ ਵੀ ਐਮਰਜੈਂਸੀ ਆਉਂਦੀ ਆ, ਕਿਸੇ ਬੰਦੇ ਦਾ ਕੋਈ ਕਲੇਮ, ਕਿਸੇ ਕਲਾਇੰਟ ਦਾ ਕਲੇਮ ਆ ਜਾਂਦਾ ਜੀ, ਸਾਰੇ ਕੰਮ ਛੱਡ ਕੇ ਪਹਿਲਾਂ ਕਲੇਮ ਵੱਲ ਧਿਆਨ ਦਿਓ। ਉਸ ਵੇਲੇ ਮੈਂ ਇਹ ਕਹਿਣਾ ਕਿ ਅਗਰ ਕੋਈ ਇੰਸ਼ੋਰੈਂਸ ਲਿਖਣ ਵਾਲੀ ਪਈ ਹੈ, ਅਸੀਂ ਉਹਨੂੰ ਸੈਕੰਡਰੀ ਬਣਾ ਦਿੰਦੇ ਹਾਂ। ਪਹਿਲਾਂ ਜਿਹਨੂੰ ਕਲੇਮ ਦਵਾਉਣਾ ਪਹਿਲਾਂ ਉਹਦੇ ਵੱਲ ਧਿਆਨ ਦੇਣਾ ਜ਼ਰੂਰੀ ਆ ਜੀ। ਇਸ ਕਰਕੇ ਮੈਂ ਕਹਿੰਦਾ ਕਿਉਂਕਿ ਜਿਹੜਾ ਬੰਦਾ ਦੁਖੀ ਆ ਉਹਨੂੰ ਹੋਰ ਦੁਖੀ ਨਾ ਕੀਤਾ ਜਾਵੇ। ਬਿਲਕੁਲ। ਜਿਹੜਾ ਆਲਰੇਡੀ ਦੁੱਖ ਚੋਂ ਲੰਘ ਰਿਹਾ ਉਹਦੇ ਨਾਲ ਖੜੇ ਹੋਣਾ ਸਾਡਾ ਫਰਜ਼ ਬਣਦਾ ਜੀ। ਸਭ ਤੋਂ ਪਹਿਲੀ ਚੀਜ਼ ਕਿ ਇਹਦੀ ਮਤਲਬ ਇਹਦਾ ਸਿਸਟਮ ਕੀ ਆ। ਕਿਸੇ ਵੇਲੇ ਆਪਾਂ ਨੂੰ ਕੋਈ ਐਮਰਜੈਂਸੀ ਆ ਜਾਂਦੀ, ਆਪਾਂ ਨੂੰ ਹਸਪੀਟਲ ਜਾਣਾ ਪੈ ਰਿਹਾ ਆਪਣੇ ਪੇਸ਼ੈਂਟ ਨੂੰ ਲੈ ਕੇ, ਜਿਹੜੀ ਵੀ ਪਾਲਿਸੀ ਬਣਦੀ ਆ ਉਹਦੇ ਉੱਪਰ ਮੇਨ ਪੇਜ ਦੇ ਉੱਤੇ, ਫਰੰਟ ਪੇਜ ਦੇ ਉੱਤੇ ਲਿਖਿਆ ਹੋਇਆ ਐਮਰਜੈਂਸੀ ਕੰਟੈਕਟ ਨੰਬਰ। ਅੱਛਾ ਜੀ। 1-800 ਨੰਬਰ ਹੁੰਦਾ ਕੰਪਨੀ ਦਾ। ਤੁਸੀਂ ਉਸ ਨੰਬਰ ਤੇ ਕਾਲ ਕਰਨੀ ਆ ਤੇ ਕੰਪਨੀ ਨੂੰ ਦੱਸਣਾ ਕਿ ਵੀ ਆਰ ਟੇਕਿੰਗ ਆਵਰ ਪੇਸ਼ੈਂਟ ਟੂ ਦੀ ਹਸਪੀਟਲ, ਜੀ, ਅਸੀਂ ਆਪਣੇ ਪੇਸ਼ੈਂਟ ਨੂੰ ਹਸਪੀਟਲ ਲਿਜਾ ਰਹੇ ਹਾਂ। ਉਹਦਾ ਮਕਸਦ ਕੀ ਆ? ਉਹਦਾ ਮਕਸਦ ਇਹ ਆ ਕਿ ਕੰਪਨੀ ਤੁਹਾਡਾ ਅਕਾਊਂਟ ਓਪਨ ਕਰ ਦੇਗੀ ਔਰ ਤੁਹਾਨੂੰ ਉੱਥੇ ਹਸਪੀਟਲ ਜਾ ਕੇ ਤੁਹਾਨੂੰ ਪੈਸੇ ਵਗੈਰਾ ਪੇ ਨਹੀਂ ਕਰਨੇ ਪੈਣਗੇ, ਕੰਪਨੀ ਔਰ ਹਸਪੀਟਲ ਡਾਇਰੈਕਟ ਡੀਲ ਕਰਨਗੇ। ਸੋ ਕੈਸ਼ਲੈਸ ਹੋਏਗਾ। ਹਾਂਜੀ, ਮੈਜੋਰਟੀ ਦੇ ਵਿੱਚ ਹਸਪੀਟਲ ਜਿਹੜੇ ਨੇ ਜੀ। ਕੁਝ ਹਸਪੀਟਲ ਐਸੇ ਨੇ ਜਿਹਨਾਂ 'ਚ ਨਹੀਂ ਹੁੰਦਾ, ਪਰ ਆਪਾਂ ਉਹਨਾਂ ਨੂੰ ਫਿਰ ਕੰਪਨੀ ਨਾਲ ਟਾਈ ਅਪ ਕਰਵਾਈਦਾ। ਉਹਦੇ ਵਿੱਚ ਫਿਰ ਕੰਪਨੀ ਜਿਹੜੀ ਸਾਡੀ ਉਹ ਇੰਟਰਵੀਨ ਕਰ ਲੈਂਦੀ ਹੈ ਔਰ ਤੁਹਾਡੀ ਹੈਲਪ ਕਰਦੀ ਹੈ ਜੀ ਬਕਾਇਦਾ। ਤੇ ਇਹ ਤਾਂ ਗੱਲਬਾਤ ਹੋ ਗਈ ਜੀ ਕਲੇਮ ਦੀ। ਤੇ ਹੁਣ ਸਾਡੇ ਦਰਸ਼ਕਾਂ ਨੂੰ ਇਹ ਦੱਸ ਦਿਓ ਕਿ ਜਿਹੜੀ ਇਹ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਆ, ਜਾਂ ਤੁਸੀਂ ਟਾਈਮ ਪੀਰੀਅਡ ਦੀ ਗੱਲ ਕੀਤੀ, ਤੇ ਜਦੋਂ ਆਪਾਂ ਰਿਨਿਊ ਕਰਾਉਂਦੇ ਆ, ਜੇ ਉੱਥੇ ਗੈਪ ਪੈ ਜਾਵੇ ਉਹਦਾ ਵੀ ਕੋਈ ਨੁਕਸਾਨ ਹੋ ਸਕਦਾ? ਬਿਲਕੁਲ, ਉਹਦਾ ਨੁਕਸਾਨ ਇਹ ਹੁੰਦਾ ਜੀ ਕਿ ਤੁਹਾਨੂੰ ਜੇ ਤਾਂ ਤੁਸੀਂ ਇੱਕ ਹਫ਼ਤੇ ਦੇ ਵਿੱਚ ਰਿਨਿਊ ਕਰਾ ਲਈ ਆ ਤਾਂ ਉਹ 48 ਘੰਟੇ ਦੀ ਤੁਹਾਡੀ ਹੈਗਾ ਟਾਈਮ ਪੀਰੀਅਡ। ਠੀਕ ਹੈ ਜੀ। ਤੇ ਜੇ ਵੇਟਿੰਗ ਪੀਰੀਅਡ ਆ, ਤੇ ਜੇ ਉਸ ਤੋਂ ਜ਼ਿਆਦਾ ਹੋ ਗਿਆ ਤੇ ਫਿਰ 7 ਦਿਨ ਦਾ। ਅੱਛਾ ਜੀ। ਸੋ ਇਹ ਵੀ ਬਿਲਕੁਲ ਜੀ ਧਿਆਨ ਵਿੱਚ ਰੱਖਣ ਵਾਲੀ ਗੱਲ ਆ ਕਿ ਤੁਸੀਂ ਧਿਆਨ ਵਿੱਚ ਰੱਖਣਾ ਵਾ, ਤੁਹਾਡੇ ਪੇਰੈਂਟਸ ਅਗਰ ਬੁਲਾਏ ਆ ਜਾਂ ਗ੍ਰੈਂਡ ਪੇਰੈਂਟਸ ਬੁਲਾਏ ਨੇ ਜਾਂ ਕੋਈ ਰਿਸ਼ਤੇਦਾਰ ਬੁਲਾਏ ਵਿਜ਼ਟਰ ਵੀਜ਼ੇ ਤੇ ਉਹਨਾਂ ਦੀ ਇੰਸ਼ੋਰੈਂਸ ਟਾਈਮਲੀ ਰਿਨਿਊ ਕਰਾਈ ਜਾਵੇ। ਨਹੀਂ ਕਰਾਵਾਂਗੇ ਤਾਂ ਦੇਖ ਲਓ, ਇਹ ਵੀ ਹਿਸਾਬ ਲਾ ਲਓ ਕਿ ਅਗਰ ਭਾਣਾ ਵਰਤਣ ਲੱਗਿਆ ਇੱਕ ਪਲ ਲੱਗਦਾ। ਬਿਲਕੁਲ ਜੀ। ਔਰ ਉਹ ਪਲ ਅਗਰ ਤੁਹਾਡਾ ਉਸ ਰਿਨਿਊਅਲ ਪੀਰੀਅਡ ਤੋਂ ਉੱਪਰ ਹੋ ਗਿਆ ਤਾਂ ਕੰਪਨੀ ਨੇ ਐਕਸੈਪਟ ਨਹੀਂ ਕਰਨਾ ਜੀ। ਤੇ ਬਾਬਾ ਜੀ, ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਪ੍ਰੋਗਰਾਮ ਨੂੰ ਸਮੇਟਣ ਦਾ ਸਮਾਂ ਆ ਚੁੱਕਿਆ ਵਾ। ਠੀਕ ਹੈ ਜੀ। ਕੋਈ ਸੁਨੇਹਾ ਦੇਣਾ ਹੋਵੇ ਦਰਸ਼ਕਾਂ ਨੂੰ ਉਹ ਵੀ ਦੇ ਸਕਦੇ ਜੀ, ਤੇ ਆਪਣਾ ਸੰਪਰਕ ਨੰਬਰ ਇੱਕ ਵਾਰੀ ਫਿਰ ਸਾਂਝਾ ਕਰ ਦਿਓ। ਸੁਨੇਹਾ ਮੇਰੇ ਵੱਲੋਂ ਇੱਕੋ ਹੀ ਹੁੰਦਾ ਜੀ, ਹਮੇਸ਼ਾ ਹੀ ਹੁੰਦਾ। ਮੈਂ ਹਰ ਬੰਦੇ ਨੂੰ ਸਾਰੇ ਆਪਣੀ ਕਮਿਊਨਿਟੀਜ਼ ਨੂੰ ਜਿਹੜੇ ਇਸ ਵੇਲੇ ਰੇਡੀਓ ਆਪਣੇ ਟੈਲੀਵਿਜ਼ਨ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਦੇਖ ਰਹੇ ਨੇ ਕਿ ਇੰਸ਼ੋਰੈਂਸ ਤੁਹਾਡੇ ਕੋਲ ਹੋਣੀ ਜ਼ਰੂਰੀ ਆ। ਮੇਰੇ ਕੋਲੋਂ ਲੈਣੀ ਇਕੱਲੀ ਜ਼ਰੂਰੀ ਨਹੀਂ ਹੈਗੀ। ਕੋਈ ਇਹ ਜ਼ਰੂਰੀ ਨਹੀਂ ਕਿ ਇਕੱਲੀ ਮੇਰੇ ਕੋਲੋਂ ਹੀ ਇੰਸ਼ੋਰੈਂਸ ਲੈਣੀ ਹੈ, ਪਰ ਆਪਣੇ ਪੇਰੈਂਟਸ ਦਾ ਜਾਂ ਗ੍ਰੈਂਡ ਪੇਰੈਂਟਸ ਦੀ ਇੰਸ਼ੋਰੈਂਸ ਲੈਣ ਲੱਗੇ ਕਦੀ ਪਰਹੇਜ਼ ਨਾ ਕਰਿਓ। ਮੈਨੂੰ ਕਾਲ ਕਰਨ ਲੱਗਿਆ ਤੁਸੀਂ ਇਸ ਗੱਲ ਦਾ ਸੋਚ ਸਕਦੇ ਕਿ ਮੇਰੇ ਕੋਲ ਲੈਣੀ ਜਾਂ ਨਹੀਂ ਲੈਣੀ, ਪਰ ਮੈਂ ਤੁਹਾਨੂੰ ਇਸ ਗੱਲ ਲਈ ਕਦੀ ਕਿਸੇ ਨੂੰ ਫੋਰਸ ਨਹੀਂ ਕਰਦਾ, ਪਰ ਤੁਹਾਡੇ ਕੋਲ ਇੰਸ਼ੋਰੈਂਸ ਹੋਣੀ ਜ਼ਰੂਰ ਚਾਹੀਦੀ ਆ। ਪੇਰੈਂਟਸ ਔਰ ਗ੍ਰੈਂਡ ਪੇਰੈਂਟਸ ਨੂੰ ਇੱਥੇ ਪੂਰੀ ਹਿਫਾਜ਼ਤ ਨਾਲ ਰੱਖੋ, ਆਪਣੀ ਵੀ ਲਾਈਫ ਨੂੰ ਸਕੂਨ ਨਾਲ ਜੀਓ ਔਰ ਖੁਸ਼ੀਆਂ ਮਾਣੋ। ਜੇ ਪੇਰੈਂਟਸ ਆਏ ਆ ਤਾਂ ਕਿ ਤੁਹਾਨੂੰ ਕਿਤੇ ਅਨਸੁਖਾਵੇਂ ਟਾਈਮ ਨੂੰ ਸਾਹਮਣਾ ਨਾ ਕਰਨਾ, ਹੈਲਦੀ ਜਿਹੜਾ ਫੈਮਿਲੀ ਟਾਈਮ ਉਹ ਬਤੀਤ ਕਰੋ। ਬਿਲਕੁਲ। ਮੇਰਾ ਨੰਬਰ ਹੈ ਜੀ 780 266 6161 7802666161। ਸੋ ਬਾਬਾ ਜੀ, ਬਹੁਤ ਬਹੁਤ ਧੰਨਵਾਦ ਹੈ ਜੀ, ਤੁਸੀਂ ਮਸ਼ਰੂਫੀਅਤ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਔਰ ਸਾਡੇ ਦਰਸ਼ਕਾਂ ਨਾਲ ਜਿਹੜੀ ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੇ ਨਾਲ ਬਾਬਤ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਫਿਰ ਤੁਹਾਨੂੰ ਸੱਦਾ ਦੇਵਾਂਗੇ, ਕਿਸੇ ਹੋਰ ਇੰਸ਼ੋਰੈਂਸ ਪ੍ਰੋਡਕਟ ਬਾਰੇ ਗੱਲਬਾਤ ਕਰਾਂਗੇ ਜੀ। ਤਦ ਤੱਕ ਤੁਹਾਡਾ ਧੰਨਵਾਦ ਜੀ। ਜੀ ਬਿੰਜੀ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਦਾ। ਧੰਨਵਾਦ ਮੈਨੂੰ ਦੇਖਣ ਲਈ, ਸੁਣਨ ਲਈ। ਸੋ ਇਹ ਸਨ ਜੀ ਸਰਦਾਰ ਜਸਜੀਤ ਸਿੰਘ ਬਾਵਾ, ਜਿਹੜੇ ਕਿ ਪੰਜਾਬ ਇੰਸ਼ੋਰੈਂਸ ਐਡਮਿਨਿਸਟ੍ਰੇਸ਼ਨ ਤੋਂ ਸੀਨੀਅਰ ਮੈਨੇਜਰ ਨੇ। ਆਸ ਕਰਦੇ ਹਾਂ ਕਿ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕੀਤਾ ਵਾ ਸੁਪਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ ਤੁਹਾਡੇ ਲਈ ਲਾਹੇਵੰਦ ਹੋਵੇਗਾ। ਆਉਣ ਵਾਲੇ ਐਪੀਸੋਡ ਦੇ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਮਨਜੀਤ ਸਿੰਘ ਫਿਰਮਾਨ ਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।